ਅੱਜ ਆਪਾਂ ਕਰ ਰਹੇ ਹਾਂ ਜੀ ਦਿੱਲੀ ਸਲਤਨਤ। ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਇਸ ਵੀਡੀਓ ਦੇ ਵਿੱਚ ਤੁਹਾਡਾ ਜੋ ਦਿੱਲੀ ਸਲਤਨਤ ਹੈ ਇਹ ਸਾਰਾ ਹੀ ਪੂਰਾ ਕਰ ਦਿੱਤਾ ਗਿਆ। ਜੋ ਵਿਦਿਆਰਥੀ ਕਹਿ ਰਹੇ ਸੀ ਕਿ ਭਾਗਾਂ ਵਿੱਚ ਕਰਵਾਇਆ ਜਾਵੇ, ਇਸ ਦੇ ਅਗਲੇ ਭਾਗ ਦੇ ਵਿੱਚ ਫਿਰ ਆਪਾਂ ਦਿੱਲੀ ਸਲਤਨਤ ਕਰਾਂਗੇ। ਉਸ ਦੇ ਵਿੱਚ ਆਪਾਂ MCQ ਤੇ ਪ੍ਰਸ਼ਨ ਕਰਾਂਗੇ ਜੋ ਫਿਰ ਸ਼ੁਰੂ ਤੋਂ ਲੈ ਕੇ ਆਖਰ ਤੱਕ ਦਿੱਲੀ ਸਲਤਨਤ ਨੂੰ ਪੂਰਾ ਕਰਨਗੇ। ਬਹੁਤ ਜ਼ਿਆਦਾ ਭਾਗ ਜੇਕਰ ਆਪਾਂ ਬਣਾਵਾਂਗੇ ਫਿਰ ਕੀ ਹੋਵੇਗਾ कि बहुत सारे विद्यार्थियों को 7वां भाग मिल जाएगा, 5वां भाग नहीं मिलेगा, 5वां भाग नहीं देखा सीधा 8वां भाग देखने लग गए। वो फिर जिमें किताबों के तुहाडे चंगी तरह याद नहीं होंदा उस तरह की समस्या फिर खड़ी हो जानी है। ਜਾਂ 200 तो प्रश्न मैनू अगले नहीं मिल रहे। ਆਪਾਂ ਜਿਹੜੇ ਵਿਦਿਆਰਥੀ ਕਹਿ ਰਹੇ ਸੀ ਕਿ ਭਾਗਾਂ ਵਿੱਚ ਕਰਾ ਦਿੱਤਾ ਜਾਵੇ, ਇਸ ਲਈ ਆਪਾਂ 2 ਭਾਗ ਕਰ ਲਵਾਂਗੇ, ਪਰ ਇੱਕ ਭਾਗ ਆਪਣੇ ਆਪ ਵਿੱਚ ਪੂਰਾ ਭਾਗ ਆ ਦਿੱਲੀ ਸਲਤਨਤ ਨੂੰ पूरा चंगी तरह करता, क्योंकि एक जी कहानी बननी दिमाग दे विच चंगी तरह याद हो जाना। क्योंकि दिल्ली सल्तनत जो सब तो ज़्यादा औखा तुहाडा मुगल काल दे विच इन्ना ज़्यादा औखा नहीं सी दिल्ली सल्तनत दे विच, क्योंकि शासक तो बदलते ही बदलते हैं, नाल वंश भी बदलते हैं। कदे किहड़ा वंश चल पिया, कदे किहड़ा वंश चल पिया। देखो जेकर आप जवाक दे भी टीका लवाउण जाने वो बड़ियां चीकां मारदा है, मैं नहीं लवाउणा, मैं नहीं ये करना, पर हुंदा उहदे लई बहुत ज़्यादा चंगा है। इस करके जिहड़ा तुहाडे ਅੱਜ ਆਪਾਂ ਵੀਡੀਓ ਕਰਨੀ ਹੈ ਇਸ ਨੂੰ ਚੰਗੀ ਤਰ੍ਹਾਂ ਕਰ ਲੈਣਾ, ਕਿਉਂਕਿ ਤੁਹਾਡੇ ਲਈ ਚੰਗੀ ਹੈ। ਫਿਰ ਹੋਰ ਵੀਡੀਓ ਨੇ ਤੁਹਾਨੂੰ ਇਸ ਤਰ੍ਹਾਂ ਦੀ ਮਿਲਣੀ YouTube ਦੇ ਉੱਪਰ, ਚੰਗੀ ਤਰ੍ਹਾਂ ਕਰ ਲੈਣਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫਿਰ ਜਦੋਂ ਆਪਾਂ MCQ ਕੀਤੇ, ਪ੍ਰਸ਼ਨ ਕੀਤੇ, ਉਹਨਾਂ ਦੇ ਵਿੱਚ ਫਿਰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਾਵਾਂਗੇ। ਵੀਡੀਓ ਦੇ ਵਿਚਾਲੇ ਉਸ ਨੂੰ ਰੋਕ ਕੇ ਰੈਸਟ ਕਰ ਸਕਦੇ ਹੋ, ਪਾਣੀ ਪੀ ਸਕਦੇ ਹੋ, ਸ਼ੁਸ਼ੂ ਵਗੈਰਾ ਕਰਨਾ, ਜੋ ਵੀ ਤੁਸੀਂ ਕਰਨਾ ਉਹ ਕਰ ਸਕਦੇ ਹੋ। ਠੀਕ ਹੈ, 5-10 ਮਿੰਟ ਦਾ ਬ੍ਰੇਕ ਲੈ ਸਕਦੇ ਹੋ। ਆਪਾਂ ਸ਼ੁਰੂ ਕਰ ਰਹੇ ਹਾਂ, ਪਹਿਲਾਂ ਮੁੱਖ ਗੱਲਾਂ ਤੋਂ ਸ਼ੁਰੂ ਕਰਾਂਗੇ ਕਿ ਚੰਗੀ ਤਰ੍ਹਾਂ ਤੁਹਾਡੇ ਯਾਦ ਰਹਿਣ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਗੂ ਐਜੂਕੇਸ਼ਨ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿੱਲੀ ਸਲਤਨਤ ਕਰਨ ਤੋਂ ਪਹਿਲਾਂ ਦਿੱਲੀ ਸਲਤਨਤ ਦੇ ਨਾਲ ਜਿਹੜਾ ਉਸ ਸਮੇਂ ਸੰਬੰਧਿਤ ਆਪਾਂ ਨੂੰ ਮਿਲਦੀਆਂ ਕੋਈ ਕਿਤਾਬਾਂ ਜਾਂ ਉਸ ਸਮੇਂ ਦੇ ਭਗਤ ਮਿਲਦੇ ਆ ਜਾਂ ਕੋਈ ਹੋਰ ਚੀਜ਼ਾਂ ਮਿਲਦੀਆਂ, ਉਹਨਾਂ ਨੂੰ ਮੁੱਖ ਗੱਲਾਂ ਦੇ ਵਿੱਚ ਆਪਾਂ ਰੱਖ ਕੇ ਸਭ ਤੋਂ ਪਹਿਲਾਂ ਕਰ ਰਹੇ ਹਾਂ। ਇਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਕਰ ਲਵੋ, ਫਿਰ ਆਪਾਂ ਇੱਕ ਲਗਾਤਾਰ ਪ੍ਰਸ਼ਨ ਕਰਾਂਗੇ, ਪਾਠ ਦੀ ਤਰ੍ਹਾਂ ਕਰਾਂਗੇ। ਮੁੱਖ ਗੱਲਾਂ ਦੇ ਵਿੱਚ ਕੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਮੁਸਲਮਾਨ ਸ਼ਾਸਕ ਆਪਾਂ ਕਰਦੇ ਹਾਂ ਜਿਸ ਨੇ ਭਾਰਤ ਤੇ ਹਮਲਾ ਕੀਤਾ ਉਹ ਸੀ ਮੁਹੰਮਦ ਬਿਨ ਕਾਸਿਮ। ਪਹਿਲਾ ਮੁਸਲਮਾਨ ਸ਼ਾਸਕ ਜਿਸ ਨੇ ਭਾਰਤ ਤੇ ਹਮਲਾ ਕੀਤਾ। ਅਗਲਾ ਹੈ ਗਜਨੀ ਸਾਮਰਾਜ ਦੀ ਸ਼ੁਰੂਆਤ। ਗਜਨੀ ਸਾਮਰਾਜ ਆ ਜੋ ਅਲਪਤਗੀਨ ਨੇ ਇਸ ਦੀ ਸ਼ੁਰੂਆਤ ਕੀਤੀ ਸੀ, ਤੁਰਕ ਸਰਦਾਰ ਸੀ। ਗਜਨੀ ਸਾਮਰਾਜ ਦੀ ਸ਼ੁਰੂਆਤ ਕਰਨ ਵਾਲਾ ਅਲਪਤਗੀਨ। ਮੁਹੰਮਦ ਗਜਨਵੀ ਦੀ ਗੱਲ ਕਰੀਏ ਤਾਂ ਸਬੂਕਤਗੀਨ ਦਾ ਪੁੱਤਰ ਸੀ। ਇਹ ਪ੍ਰਸ਼ਨ ਬਹੁਤ ਵਾਰ ਪੁੱਛਿਆ ਜਾਂਦਾ, ਇਸ ਨੂੰ ਰੱਟ ਲੈਣਾ। ਮੁਹੰਮਦ ਗਜਨਵੀ ਦਾ ਜਿਹੜਾ ਪਿਤਾ ਸੀ ਸਬੂਕਤਗੀਨ ਸੀ। 27 ਸਾਲਾਂ ਦੀ ਉਮਰ ਵਿੱਚ ਮੁਹੰਮਦ ਗਜਨਵੀ ਸ਼ਾਸਕ ਬਣਿਆ। ਗੁਲਾਮ ਵੰਸ਼ ਜੋ ਆਪਾਂ ਜਿਸ ਤੋਂ ਆਪਣਾ ਦਿੱਲੀ ਸਲਤਨਤ ਸ਼ੁਰੂ ਹੁੰਦਾ, ਇਹ ਕੁਤਬਦੀਨ ਐਬਕ ਤੋਂ ਸ਼ੁਰੂ ਹੁੰਦਾ। ਗੁਲਾਮ ਵੰਸ਼ ਆਖਰੀ ਸ਼ਾਸਕ ਆਪਾਂ ਕਰਦੇ ਹਾਂ ਗੁਲਾਮ ਵੰਸ਼ ਦਾ, ਦਿੱਲੀ ਸਲਤਨਤ ਦਾ ਨਹੀਂ ਕਰ ਰਹੇ। ਗੁਲਾਮ ਵੰਸ਼ ਦਾ ਜੋ ਹੈ ਕਿਊਮਰਸ ਆਖਰੀ ਸ਼ਾਸਕ ਸੀ। ਕੁਤਬਦੀਨ ਐਬਕ ਦੀ ਗੱਲ ਕਰੀਏ ਤਾਂ ਤੁਰਕਮੇਨਸਤਾਨ ਦਾ ਸ਼ਾਸਕ ਸੀ। ਕੁਤਬਦੀਨ ਐਬਕ ਕਿੱਥੋਂ ਦਾ? ਤੁਰਕਮੇਨਸਤਾਨ। ਗਿਆਸੁਦੀਨ ਤੁਗਲਕ, ਇਸ ਨੂੰ ਗਾਜੀ ਮਲਕ ਵੀ ਕਿਹਾ ਜਾਂਦਾ, ਇਹ ਪ੍ਰਸ਼ਨ ਬਹੁਤ ਵਾਰ ਆਉਂਦਾ। ਮੁਹੰਮਦ ਬਿਨ ਤੁਗਲਕ ਜਿਸ ਨੂੰ ਜੌਨਾ ਵੀ ਕਿਹਾ ਜਾਂਦਾ ਜਾਂ ਉਲਗ ਖਾਨ ਵੀ ਕਿਹਾ ਜਾਂਦਾ। ਅਗਲਾ ਪ੍ਰਸ਼ਨ ਆਪਣਾ ਮੁਹੰਮਦ ਬਿਨ ਤੁਗਲਕ ਨੇ ਡਾਕ ਪ੍ਰਣਾਲੀ ਨੂੰ ਵਧੀਆ ਮਤਲਬ ਚੰਗਾ ਢੰਗ ਪ੍ਰਦਾਨ ਕੀਤਾ ਸੀ। ਆਪਾਂ ਇੱਥੇ ਸ਼ੁਰੂ ਨਹੀਂ ਕਰ ਰਹੇ ਕਿ ਸ਼ੁਰੂ ਕੀਤਾ ਮੁਹੰਮਦ ਬਿਨ ਤੁਗਲਕ ਨੇ, ਇੱਥੇ ਆਪਾਂ ਕਰ ਰਹੇ ਹਾਂ ਕਿ ਉਸਨੇ ਡਾਕ ਪ੍ਰਣਾਲੀ ਨੂੰ ਇੱਕ ਚੰਗੀ ਵਿਵਸਥਾ ਬਣਾਇਆ ਸੀ, ਬਿਹਤਰ ਢੰਗ ਦੇ ਨਾਲ ਚਲਾਇਆ। ਇਸ ਸਮੇਂ ਦਿੱਲੀ ਸਲਤਨਤ ਦੇ ਸਮੇਂ ਕੁਝ ਗੁਰੂ ਪੀਰ ਭਗਤ ਹੋਏ ਆ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਰਾਮਾਨੁਜ। ਉਪਨਿਸ਼ਦ ਤੇ ਗੀਤਾ ਦੇ ਆਧਾਰ ਤੇ ਇਹਨਾਂ ਦਾ ਜੋ ਇਹ ਗਿਆਨ ਦਿੰਦੇ ਸੀ, ਉਪਨਿਸ਼ਦ ਤੇ ਗੀਤਾ ਤੇ। ਅਗਲਾ ਹੈ ਆਪਣਾ ਰਾਮਾਨੁਜ ਦਾ ਚੇਲਾ ਹੋਇਆ ਰਾਮਾਨੰਦ। ਰਾਮਾਨੰਦ ਦੇ ਗੁਰੂ ਕੌਣ ਸੀ? ਰਾਮਾਨੁਜ ਪਹਿਲੇ ਹਿੰਦੀ ਉਪਦੇਸ਼ਕ, ਮਤਲਬ ਹਿੰਦੀ ਦੇ ਵਿੱਚ ਉਪਦੇਸ਼ ਦੇਣ ਵਾਲੇ ਇਹ ਪਹਿਲੇ ਭਗਤ ਹੋਏ ਆ, ਰਾਮਾਨੰਦ। ਅੱਗੇ ਰਾਮਾਨੰਦ ਦਾ ਜੋ ਚੇਲਾ ਸੀ ਇਹਨਾਂ ਦੇ ਸ਼ਿਸ਼ ਕਬੀਰ ਸੀ। ਕਬੀਰ ਜੀ ਨੇ ਕਿਹੜਾ ਕੰਮ ਕੀਤਾ? ਮੁੱਖ ਰੂਪ ਦੇ ਵਿੱਚ ਹਿੰਦੂ ਤੇ ਮੁਸਲਮਾਨ ਏਕਤਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਯੋਗਦਾਨ ਆ ਕਬੀਰ ਦਾ।
ਨਾਮਦੇਵ, ਮਰਾਠੀ ਭਾਸ਼ਾ ਦੇ ਨਾਲ ਸੰਬੰਧਿਤ ਨਾਮਦੇਵ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਾਂ ਬਾਣੀ ਪੜ੍ਹਦੇ ਹਾਂ ਭਗਤ ਨਾਮਦੇਵ ਦੀ। ਗੁਰੂ ਨਾਨਕ ਦੇਵ ਜੀ ਵੀ ਇਸ ਸਮੇਂ ਹੀ ਹੋਇਆ ਦਿੱਲੀ ਸਲਤਨਤ, ਕਿਉਂਕਿ 1526 ਦੇ ਵਿੱਚ ਜਾ ਕੇ ਸਮਾਪਤੀ ਹੋਵੇਗੀ ਜਦੋਂ ਬਾਬਰ ਹਮਲਾ ਕਰੇਗਾ। ਸਿੱਖ ਧਰਮ ਦੇ ਮੋਢੀ। ਇਸ ਤੋਂ ਬਾਅਦ ਆ ਜਾਂਦੇ ਆ ਚੈਤਨਿਆ ਮਹਾਪ੍ਰਭੂ, ਬੰਗਾਲ ਦੇ ਸੰਤ। ਇਹ ਪ੍ਰਸ਼ਨ ਬਹੁਤ ਪੁੱਛਿਆ ਜਾਂਦਾ ਕਿ ਚੈਤਨਿਆ ਮਹਾਪ੍ਰਭੂ ਕਿਸ ਖੇਤਰ ਨਾਲ ਸੰਬੰਧਿਤ ਸੀ? ਬੰਗਾਲ ਦੇ ਨਾਲ ਸੰਬੰਧਿਤ ਸੀ। ਅਗਲਾ ਪ੍ਰਸ਼ਨ ਆਪਣਾ ਮੀਰਾਬਾਈ। ਮੀਰਾਬਾਈ ਹੈ ਜੋ ਇਹ ਰਾਜਪੂਤ ਰਾਜਕੁਮਾਰੀ ਸੀ ਤੇ ਕ੍ਰਿਸ਼ਨ ਦੀ ਭਗਤ ਸੀ। ਮੇਵਾੜ ਦਾ ਜੋ ਰਾਣਾ ਸੀ ਉਸ ਦੇ ਨਾਲ ਵਿਆਹ ਹੋਇਆ। ਮੇਵਾੜ ਦੇ ਰਾਣੇ ਦੇ ਨਾਲ ਮੀਰਾਬਾਈ ਦਾ ਵਿਆਹ ਹੋਇਆ ਸੀ। ਕ੍ਰਿਸ਼ਨ ਭਗਤੀ ਦੇ ਨਾਲ ਸੰਬੰਧਿਤ ਹੈ। ਤੁਕਾਰਾਮ। ਤੁਕਾਰਾਮ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਹੈ, ਧਿਆਨ ਵਿੱਚ ਰੱਖਣਾ। ਅੱਗੇ ਆਪਾਂ ਕਰਦੇ ਹਾਂ ਤੁਲਸੀਦਾਸ। ਤੁਲਸੀਦਾਸ ਇਹਨਾਂ ਨੇ ਰਚਨਾ ਕੀਤੀ ਰਾਮਚਰਿਤਰ ਮਾਨਸ ਦੀ। ਇਹ ਜਿਹੜੇ ਗ੍ਰੰਥ ਹੈ, ਹੋਰ ਵੀ ਧਾਰਮਿਕ ਗ੍ਰੰਥ ਹੈ, ਉਹਨਾਂ ਦੀ ਰਚਨਾ ਨਾਲ ਸੰਬੰਧਿਤ ਪ੍ਰਸ਼ਨ ਆਉਂਦਾ ਹੀ ਆਉਂਦਾ, ਧਿਆਨ ਵਿੱਚ ਰੱਖਣਾ। ਰਾਮਚਰਿਤਰ ਮਾਨਸ, ਤੁਲਸੀਦਾਸ। ਸੂਰਦਾਸ ਕ੍ਰਿਸ਼ਨ ਤੇ ਰਾਧਾ ਦੇ ਭਗਤ ਸੀ। ਦਾਦੂ ਦਿਆਲ ਜੋ ਆਪਾਂ ਕਰਦੇ ਹਾਂ ਕਬੀਰ ਦੇ ਭਗਤ ਸੀ। ਅੱਗੇ ਦਾਦੂ ਦਿਆਲ, ਇਹ ਭਗਤੀ ਲਹਿਰ ਦੇ ਵਿੱਚ ਅੱਗੇ ਆਪਾਂ ਹੋਰ ਜਾਣਕਾਰੀ ਦੇ ਨਾਲ ਗਹਿਰਾਈ ਦੇ ਵਿੱਚ ਕਰਾਂਗੇ ਜੋ ਇਹ ਭਗਤ ਹੋਇਆ। ਹੋਰ ਵੀ ਬਹੁਤ ਸਾਰੇ ਹੋਏ ਆ, ਭਗਤੀ ਲਹਿਰ ਵੀ ਕਰ ਲੈਣਾ। ਅਗਲਾ ਹੈ ਰਚਨਾਵਾਂ ਜੋ ਦਿੱਲੀ ਸਲਤਨਤ ਦੇ ਸਮੇਂ ਦੀਆਂ ਆਪਾਂ ਨੂੰ ਮਿਲਦੀਆਂ। ਮੁੱਖ ਰਚਨਾਵਾਂ ਆਪਾਂ ਕਰ ਰਹੇ ਹਾਂ ਗੁਲਾਮ ਵੰਸ਼ ਦੇ ਬਾਰੇ, ਕਿਉਂਕਿ ਜਿਹੜੀਆਂ ਇਹ ਰਚਨਾਵਾਂ ਆਪਾਂ ਕਰ ਰਹੇ ਹਾਂ ਇਹਨਾਂ ਤੋਂ ਹੀ ਅੱਗੇ ਜਾ ਕੇ ਜਿਹੜਾ ਆਪਣਾ ਦਿੱਲੀ ਸਲਤਨਤ ਦਾ ਜਿਹੜਾ ਆਪਾਂ ਇਤਿਹਾਸ ਪੜ੍ਹਦੇ ਹਾਂ ਤਿਆਰ ਕੀਤਾ ਹੋਇਆ, ਜਾਂ ਫਿਰ ਉਸ ਸਮੇਂ ਦੇ ਸਿੱਕੇ ਆ, ਜਿਹੜੀਆਂ ਇਮਾਰਤਾਂ, ਉਹਨਾਂ ਨੂੰ ਦੇਖ ਕੇ ਜਿਹੜਾ ਇਤਿਹਾਸ ਹੈ ਲਿਖਿਆ ਜਾਂਦਾ। ਅਲ-ਬਰੂਨੀ ਤਹਿਕੀਕ ਏ ਹਿੰਦ, ਇਹ ਕਿਤਾਬ ਬਹੁਤ ਜ਼ਿਆਦਾ ਪੁੱਛੀ ਜਾਂਦੀ ਹੈ। ਤਹਿਕੀਕ ਏ ਹਿੰਦ ਅਲ-ਬਰੂਨੀ ਦੀ ਰਚਨਾ ਹੈ। ਜਵਾਹਰ ਫਿਲ ਜਵਾਹਰ, ਇਹ ਕਿਤਾਬ ਧਿਆਨ ਵਿੱਚ ਰੱਖਣਾ, ਜਵਾਹਰ ਲਾਲ ਨਹਿਰੂ ਦੀ ਨਾ ਕਰ ਦੇਣਾ। ਜਵਾਹਰ ਫਿਲ ਜਵਾਹਰ ਅਲ-ਬਰੂਨੀ ਦੇ ਨਾਲ ਸੰਬੰਧਿਤ ਹੈ। ਕਾਨੂੰਨ ਏ ਮਸੂਦੀ, ਇਹ ਕਿਤਾਬ ਵੀ ਬਹੁਤ ਜ਼ਿਆਦਾ ਪੁੱਛੀ ਜਾਂਦੀ ਹੈ। ਤਿੰਨ ਕਿਤਾਬਾਂ ਜੋ ਆਪਾਂ ਯਾਦ ਕੀਤੀਆਂ, ਤਹਿਕੀਕ ਏ ਹਿੰਦ, ਜਵਾਹਰ ਫਿਲ ਜਵਾਹਰ ਤੇ ਕਾਨੂੰਨ ਏ ਮਸੂਦੀ ਅਲ-ਬਰੂਨੀ ਦੀਆਂ ਰਚਨਾਵਾਂ। ਇਸ ਤੋਂ ਬਾਅਦ ਇਲਤੁਤਮਿਸ, ਮਿਨਹਾਜ ਉਲ ਸਿਰਾਜ। ਮਿਨਹਾਜ ਉਲ ਸਿਰਾਜ, ਇਸ ਦੀ ਜੋ ਰਚਨਾ ਮਿਲਦੀ ਹੈ ਆਪਾਂ ਨੂੰ ਤਬਾਕਤ ਏ ਨਸਰੀ। ਤਬਾਕਤ ਏ ਨਸਰੀ ਇਲਤੁਤਮਿਸ ਦੇ ਸਮੇਂ ਦਾ ਮਿਨਹਾਜ ਉਸ ਸਿਰਾਜ। ਅਗਲਾ 2 ਨੰਬਰ ਤੇ ਕਰ ਲੈਣਾ, ਇਸ ਨੂੰ ਛੱਡ ਦੇਵੋ ਹਜੇ। ਅਮੀਰ ਖੁਸਰੋ। ਅਮੀਰ ਖੁਸਰੋ ਦੀਆਂ ਕਿਤਾਬਾਂ ਪੁੱਛੀਆਂ ਜਾਂਦੀਆਂ। ਲੈਲਾ ਮਜਨੂ ਦੀ ਰਚਨਾ ਮਿਲਦੀ ਹੈ ਅਮੀਰ ਖੁਸਰੋ ਦੀ। ਅਲਾਉਦੀਨ ਖਿਲਜੀ ਦੇ ਦਰਬਾਰ ਦੇ ਵਿੱਚ ਸੀ ਜਦੋਂ ਅਮੀਰ ਖੁਸਰੋ। ਇਸ ਤੋਂ ਬਾਅਦ ਫਿਰ ਇਸ ਦੀ ਰਚਨਾ ਮਿਲਦੀ ਹੈ ਤੁਗਲਕਨਾਮਾ, ਗਿਆਸੁਦੀਨ ਤੁਗਲਕ ਦੇ ਸਮੇਂ ਹੈ। ਆਇਨਾ ਏ ਸਿਕੰਦਰੀ, ਇਹ ਲਿਟਰੇਚਰ ਦੇ ਨਾਲ ਸੰਬੰਧਿਤ ਕਿਤਾਬਾਂ ਅਮੀਰ ਖੁਸਰੋ ਦੀਆਂ 3। ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਅਮੀਰ ਖੁਸਰੋ ਦੀਆਂ। ਲੈਲਾ ਮਜਨੂ, ਤੁਗਲਕਨਾਮਾ, ਆਇਨਾ ਏ ਸਿਕੰਦਰੀ। ਇਸ ਤੋਂ ਬਾਅਦ ਦੇਖੋ ਤਰੀਕ ਏ ਫਿਰੋਜ਼ ਸ਼ਾਹੀ। ਇੱਥੋਂ ਕਾਫੀ ਜ਼ਿਆਦਾ ਇਤਿਹਾਸ ਹੈ ਜਿਹੜਾ ਲਿਖਿਆ ਹੋਇਆ ਤੁਗਲਕ, ਜਿਹੜਾ ਆਪਾਂ ਇਤਿਹਾਸ ਪੜ੍ਹਦੇ ਹਾਂ। ਤਰੀਕ ਏ ਫਿਰੋਜ਼ ਸ਼ਾਹੀ। ਸ਼ਮਸ ਏ ਸਿਰਾਜ ਦੀ ਇਹ ਪੁਸਤਕ ਹੈ, ਤਰੀਕ ਏ ਫਿਰੋਜ਼ ਸ਼ਾਹੀ। ਕਿਤਾਬ ਉਲ ਰੇਲਾ, ਇਬਨ ਬਤੂਤਾ। ਇਬਨ ਬਤੂਤਾ ਦੀ ਕਿਤਾਬ ਹੈ ਇਹ, ਕਿਤਾਬ ਉਲ ਰੇਲਾ। ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਅਗਲੀ ਜਾਣਕਾਰੀ ਵੀ ਰੱਖ ਲਵੋ ਧਿਆਨ ਦੇ ਵਿੱਚ। ਦੀਵਾਨ ਏ ਵਜ਼ਾਰਤ, ਇਹ ਫਾਈਨੈਂਸ ਦੇ ਨਾਲ ਸੰਬੰਧਿਤ ਸੀ। ਵਜ਼ੀਰ ਇਸ ਦਾ ਮੁਖੀ ਹੈੱਡ ਹੁੰਦਾ ਸੀ। ਦੀਵਾਨ ਏ ਵਜ਼ਾਰਤ, ਵਜ਼ਾਰਤ ਤੋਂ ਵਜ਼ੀਰ ਯਾਦ ਰਹੇਗਾ, ਪਰ ਧਿਆਨ ਵਿੱਚ ਰੱਖਣਾ ਜੋ ਵਜ਼ਾਰਤ ਸੀ ਇਹ ਪੈਸੇ ਟਕੇ ਦੇ ਨਾਲ ਸੰਬੰਧਿਤ ਸੀ। ਅਗਲਾ ਹੈ ਦੀਵਾਨ ਏ ਅਰੀਜ਼। ਦੀਵਾਨ ਏ ਅਰੀਜ਼, ਇਹ ਸੰਬੰਧਿਤ ਸੀ ਮਿਲਟਰੀ ਦੇ ਨਾਲ ਸੰਬੰਧਿਤ। ਇਸ ਦਾ ਜੋ ਮੁਖੀ ਹੁੰਦਾ ਸੀ ਅਰੀਜ਼ ਏ ਮੁਮਾਲਿਕ ਹੁੰਦਾ ਸੀ। ਮਿਲਟਰੀ ਦੇ ਨਾਲ ਸੰਬੰਧਿਤ ਸੀ ਅਰੀਜ਼। ਅਗਲਾ ਧਿਆਨ ਵਿੱਚ ਰੱਖਣਾ ਜੋ ਜ਼ਿਆਦਾ ਪੁੱਛਿਆ ਜਾਂਦਾ, ਦੀਵਾਨ ਏ ਕੋਹੀ। ਦੀਵਾਨ ਏ ਕੋਹੀ, ਇਹ ਖੇਤੀਬਾੜੀ ਦੇ ਨਾਲ ਸੰਬੰਧਿਤ ਸੀ ਤੇ ਮੁਹੰਮਦ ਬਿਨ ਤੁਗਲਕ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਦੀਵਾਨ ਏ ਖੈਰਾਤ, ਦਾਨ। ਦਾਨ ਜੋ ਦਿੱਤਾ ਜਾਂਦਾ ਸੀ ਉਸ ਸਮੇਂ, ਫਿਰੋਜ਼ ਸ਼ਾਹ ਤੁਗਲਕ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਦੀਵਾਨ ਏ ਖੈਰਾਤ, ਖੈਰਾਤ ਦਾਨ ਜੋ ਦਿੱਤਾ ਜਾਂਦਾ।
ਇਹ ਸਾਰੀਆਂ ਹੀ ਚੀਜ਼ਾਂ ਅੱਜ ਵੀ ਉਸੇ ਰੂਪ ਵਿੱਚ ਹੀ ਸ਼ਾਮਲ ਆ। ਪਾਰਟੀਆਂ ਨੂੰ ਫੰਡ ਦਿੱਤਾ ਜਾਂਦਾ ਜਾਂ ਕਿਸੇ ਸ਼ਾਸਕ ਦਾ ਅੱਗੇ ਉਹਦਾ ਪੁੱਤ ਆ ਗਿਆ, ਠੀਕ ਹੈ। ਟੈਕਸ ਵੀ ਉਹੀ ਆ, ਲਗਭਗ ਨਾਮ ਬਦਲ ਦਿੱਤੇ ਗਏ ਆ, ਕੋਈ ਬਹੁਤਾ ਫਰਕ ਨਹੀਂ, ਇਸ ਕਰਕੇ ਧਿਆਨ ਨਾਲ ਕਰਨਾ। ਹੁਣ ਦੇਖੋ ਅੱਗੇ ਗ੍ਰਾਮ ਹੁੰਦੇ ਸੀ। ਗ੍ਰਾਮ ਦੇ ਵਿੱਚ ਜਿਹੜਾ ਮੁਖੀ ਹੁੰਦਾ ਸੀ ਮੁਕਦਮ ਹੁੰਦਾ ਸੀ ਜਾਂ ਖੁੱਤ ਹੁੰਦਾ ਸੀ। ਗ੍ਰਾਮ ਦੇ ਵਿੱਚ ਜਿਹੜੇ ਪਿੰਡ ਹੁੰਦੇ ਸੀ ਮੁਕਦਮ ਤੇ ਖੁੱਤ ਹੁੰਦੇ ਸੀ। ਜੋ ਪਰਗਨਾ ਸੀ ਇਸ ਦਾ ਜੋ ਮੁਖੀ ਹੁੰਦਾ ਸੀ ਚੌਧਰੀ ਤੇ ਆਮਲ ਹੁੰਦਾ ਸੀ, ਇਸ ਦੇ ਵਿੱਚ ਜੋ ਕੰਮ ਕਰਦਾ ਸੀ ਸਰਕਾਰ ਦਾ। ਸਿੱਖ ਦੇ ਵਿੱਚ ਸਿੱਖਦਾਰ ਹੁੰਦੇ ਸੀ। ਇਸ ਤੋਂ ਬਾਅਦ ਆ ਜਾਂਦਾ ਸੀ ਇਕਤਾ, ਇਹ ਵੱਡੀ ਪ੍ਰਣਾਲੀ ਸੀ ਉਸ ਸਮੇਂ ਦੀ। ਮੁਕਤੀ ਹੁੰਦਾ ਸੀ ਇਕਤਾ ਦੇ ਵਿੱਚ, ਤੇ ਜਾਂ ਫਿਰ ਵਲੀ ਹੁੰਦੇ ਸੀ। ਵਲੀ ਵਾਲਾ ਪੁੱਛਿਆ ਜਾਂਦਾ, ਵਲੀ ਸੰਬੰਧਿਤ ਸੀ ਇਕਤਾ ਦੇ ਨਾਲ ਤੇ ਚੌਧਰੀ ਸੰਬੰਧਿਤ ਸੀ ਪਰਗੰਨੇ ਦੇ ਨਾਲ, ਤੇ ਮੁਕਦਮ ਪੁੱਛਿਆ ਜਾਂਦਾ ਇਹ ਸੰਬੰਧਿਤ ਸੀ ਗ੍ਰਾਮ ਦੇ ਨਾਲ। ਦਿੱਲੀ ਸਲਤਨਤ ਦਾ ਪੂਰਾ ਕੋਰਸ ਆਪਾਂ ਇਹ ਸਭ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਸਕੂਲ ਪੱਧਰ ਦਾ, ਜੋ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ 7ਵੀਂ 8ਵੀਂ ਜਮਾਤ ਦੇ ਵਿੱਚ ਪੜ੍ਹਾਇਆ ਜਾਂਦਾ। ਦਿੱਲੀ ਸਲਤਨਤ ਦਾ ਜਿਹੜਾ ਸਮਾਂ ਇਹ 1206 ਤੋਂ ਸ਼ੁਰੂ ਹੁੰਦਾ ਤੇ 1526 ਤੱਕ ਚੱਲਦਾ। 15 12 13 14 15 ਤੇ 20 ਸਾਲ, ਇਹ 320 ਸਾਲਾਂ ਦਾ ਜਿਹੜਾ ਇਹ ਸਮਾਂ ਹੈ। ਦਿੱਲੀ ਸਲਤਨਤ ਕਾਲ ਅਖਵਾਉਂਦਾ। ਇਸ ਦੇ ਵਿੱਚ ਵੰਸ਼ ਹੋਰ ਵੀ ਅੱਗੇ ਅੱਗੇ ਆਉਂਦੇ ਆ ਕਈ। ਸੁਲਤਾਨ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅਰਬੀ ਭਾਸ਼ਾ ਦਾ ਸ਼ਬਦ ਹੈ ਸੁਲਤਾਨ, ਜਿਸ ਦਾ ਅਰਥ ਹੈ ਸ਼ਾਸਕ। ਉਸ ਸਮੇਂ ਸੁਲਤਾਨ ਸ਼ਬਦ ਵਰਤਿਆ ਜਾਂਦਾ। ਦਿੱਲੀ ਸਲਤਨਤ ਕਾਲ ਦੇ ਦੌਰਾਨ ਕਿਹੜੇ ਕਿਹੜੇ ਵੰਸ਼ ਆ ਜਿਹੜੇ ਸਥਾਪਿਤ ਹੋਏ ਸੀ? ਦਾਸ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼ ਤੇ ਲੋਧੀ ਵੰਸ਼। ਸਿਰਫ ਇਹ ਯਾਦ ਹੀ ਨਹੀਂ ਰੱਖਣੇ, ਇਹਨਾਂ ਨੂੰ ਲਗਾਤਾਰ ਯਾਦ ਕਰਨਾ। ਇੱਥੋਂ ਹੀ ਪ੍ਰਸ਼ਨ ਕਈ ਵਾਰ ਬਣਾ ਦਿੰਦਾ ਕਿ ਕਿਹੜਾ ਵੰਸ਼ ਆ ਜਿਹੜਾ ਪਹਿਲਾਂ ਹੋਇਆ, ਜਾਂ ਕਾਲ ਕ੍ਰਮ ਦੇ ਅਨੁਸਾਰ ਉਹਨਾਂ ਨੂੰ ਪੁੱਛ ਲਿਆ ਜਾਂਦਾ। ਦੇਖੋ ਪਹਿਲਾਂ ਤਾਂ ਤੁਹਾਡੇ ਯਾਦ ਹੈ ਦਾਸ ਵੰਸ਼, ਤੇ ਆਖਰੀ ਵੀ ਤੁਹਾਡੇ ਯਾਦ ਹੈ ਲੋਧੀ ਵੰਸ਼, ਕਿਉਂਕਿ ਲੋਧੀਆਂ ਦੇ ਨਾਲ ਅੱਗੇ ਬਾਬਰ ਦੀ ਲੜਾਈ ਹੁੰਦੀ ਹੈ। ਜਿਹੜੇ ਇਹ ਵਿਚਕਾਰ ਵਾਲੇ ਆ ਇਹਨਾਂ ਨੂੰ ਧਿਆਨ ਵਿੱਚ ਰੱਖ ਲੈਣਾ। ਤੁਗਲਕ ਆ ਜਿਹੜਾ ਇਹ ਵਿਚਕਾਰ ਹੈ। ਖਿਲਜੀ ਤੋਂ ਬਾਅਦ ਹੋਇਆ ਤੁਗਲਕ, ਤੇ ਤੁਗਲਕ ਤੋਂ ਬਾਅਦ ਆਇਆ ਸੈਯਦ ਵੰਸ਼। ਤੁਗਲਕ ਦਾ ਹੀ ਜ਼ਿਆਦਾਤਰ ਪੁੱਛਿਆ ਜਾਂਦਾ ਇਹ ਸਮਾਂ। ਕਾਲ ਕ੍ਰਮ ਦੇ ਵਿੱਚ ਕਿਹੜਾ ਪਹਿਲਾਂ ਹੋਇਆ ਜਾਂ ਇਸ ਤੋਂ ਬਾਅਦ ਕਿਹੜਾ ਵੰਸ਼ ਹੋਇਆ? ਤੁਗਲਕ ਵੰਸ਼ ਤੋਂ ਬਾਅਦ ਹੇਠ ਲਿਖਿਆ ਵਿੱਚੋਂ ਕਿਹੜਾ ਵੰਸ਼ ਆ ਜਿਹੜਾ ਹੋਇਆ? ਇਸ ਤਰ੍ਹਾਂ ਦਾ ਪ੍ਰਸ਼ਨ ਆਵੇਗਾ। ਕਈ ਵਾਰ ਕਿਤਾਬਾਂ ਵਿੱਚ ਲਿਖੀ ਗੱਲ ਕਿਸੇ ਵੀ ਪੇਪਰ ਵਿੱਚ ਜਲਦੀ ਕਿਤੇ ਆਉਂਦੀ ਨਹੀਂ, ਕਿਤਾਬਾਂ ਦੇ ਵਿੱਚੋਂ ਪ੍ਰਸ਼ਨ ਬਣਾ ਕੇ ਆਵੇਗਾ, ਠੀਕ ਹੈ। ਜਿਵੇਂ ਇਹ ਚੀਜ਼ ਤਾਂ ਆਪਾਂ ਪੜ੍ਹ ਲਵਾਂਗੇ, ਉਹ ਇੱਥੇ ਪ੍ਰਸ਼ਨ ਬਣਾ ਕੇ ਪੁੱਛੇਗਾ ਕਿ ਕਿਹੜਾ ਪਹਿਲਾਂ ਕਿਹੜਾ ਬਾਅਦ ਦੇ ਵਿੱਚ, ਇੱਥੋਂ ਪ੍ਰਸ਼ਨ ਬਣਾ ਲਏਗਾ ਜੋ ਆਪਾਂ ਚੀਜ਼ ਨਹੀਂ ਪੜ੍ਹੀ। ਆਪਾਂ ਤਾਂ ਵੈਸੇ ਹੀ ਪੜ੍ਹ ਲੈਂਦੇ ਹਾਂ ਪ੍ਰਸ਼ਨਾਂ ਨੂੰ, ਠੀਕ ਹੈ, ਪਰ ਉਹ ਸਮਾਂ ਪੁੱਛੇਗਾ। ਜਿਵੇਂ ਆਪਾਂ ਸ਼ਾਸਕਾਂ ਦਾ ਸਮਾਂ ਤਾਂ ਯਾਦ ਕਰ ਲੈਂਦੇ ਹਾਂ ਕਿ ਇੰਨੇ ਤੋਂ ਇੰਨਾ ਹੋਇਆ, ਇੰਨੇ ਤੋਂ ਇੰਨਾ ਹੋਇਆ, ਉਹ ਪ੍ਰਸ਼ਨ ਬਣਾ ਕੇ ਪੁੱਛ ਜਾਏਗਾ ਕਿ ਕਿਹੜੇ ਨੇ ਜ਼ਿਆਦਾ ਸਮਾਂ ਰਾਜ ਕੀਤਾ, ਕਿਉਂਕਿ ਮੌਕੇ ਤੇ ਬਣਾਏ ਹੋਏ ਪ੍ਰਸ਼ਨ ਹੁੰਦੇ ਆ। ਅਗਲਾ ਪ੍ਰਸ਼ਨ ਆਪਣਾ ਦਿੱਲੀ ਸਲਤਨਤ ਬਾਰੇ ਜਾਣਕਾਰੀ ਲੈ ਲਵੋ, ਠੀਕ ਹੈ। ਜੋ ਜਾਣਕਾਰੀ ਆਪਾਂ ਨੂੰ ਮਿਲਦੀ ਹੈ, ਵਿਦੇਸ਼ੀ ਯਾਤਰੀਆਂ ਦੇ ਜਿਹੜੇ ਲੇਖ ਮਿਲਦੇ ਆ ਉਹਨਾਂ ਤੋਂ ਜਾਣਕਾਰੀ ਮਿਲਦੀ ਹੈ, ਜਾਂ ਫਿਰ ਉਸ ਸਮੇਂ ਦੇ ਜਿਹੜੇ ਸ਼ਾਹੀ ਲੇਖ ਆ ਉੱਥੋਂ ਜਾਣਕਾਰੀ ਮਿਲਦੀ ਹੈ ਜਿਹੜਾ ਦਿੱਲੀ ਸਲਤਨਤ ਦਾ ਇਤਿਹਾਸ ਲਿਖਿਆ ਗਿਆ, ਜਾਂ ਫਿਰ ਇਤਿਹਾਸਿਕ ਇਮਾਰਤਾਂ ਮਿਲਦੀਆਂ। ਇਸ ਤੋਂ ਬਿਨਾਂ ਸਿੱਕੇ ਮਿਲਦੇ ਆ ਜੋ ਆਪਾਂ ਨੂੰ, ਉੱਥੋਂ ਦਿੱਲੀ ਸਲਤਨਤ ਦੀ ਜਾਣਕਾਰੀ ਮਿਲਦੀ ਹੈ। ਸਭ ਤੋਂ ਪਹਿਲਾਂ ਆਇਆ ਦਾਸ ਵੰਸ਼। ਮੱਧਕਾਲ ਯੁੱਗ ਦੇ ਵਿੱਚ ਜਿਹੜਾ ਦਾਸ ਵੰਸ਼, ਤੁਰਕ ਸ਼ਾਸਨ ਦਾ ਵਾਸਤਵਿਕ ਸੰਸਥਾਪਕ ਆਪਾਂ ਕਰਦੇ ਹਾਂ। ਜਿਹੜਾ ਤੁਰਕ ਸਾਮਰਾਜ ਸੀ, ਜਿਹੜਾ ਦਾਸ ਵੰਸ਼, ਅੱਗੇ ਆਪਾਂ ਵੰਸ਼ ਕਰਦੇ ਹਾਂ, ਕੋਈ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਆ, ਕੋਈ ਕਿਸ ਦੇ ਨਾਲ। ਜਿਹੜਾ ਇਹ ਸ਼ੁਰੂਆਤ ਹੋਈ ਆ ਇਹ ਤੁਰਕੀ ਲੋਕ ਸੀਗੇ। ਇਹ ਦਿੱਲੀ ਸਲਤਨਤ ਦਾ ਪਹਿਲਾ ਜਿਹੜਾ ਸ਼ਾਸਕ ਹੈ ਇਹ ਕੁਤਬਦੀਨ ਐਬਕ ਹੋਇਆ। ਤੁਰਕਮੇਨਿਸਤਾਨ ਆਪਾਂ ਯਾਦ ਕਰਕੇ ਆਏ ਹਾਂ, ਉੱਥੋਂ ਦਾ ਰਹਿਣ ਵਾਲਾ ਸੀ, ਤੁਰਕੀ ਸ਼ਾਸਕ ਸੀ। ਇਸ ਤਰ੍ਹਾਂ ਦਾ ਪ੍ਰਸ਼ਨ ਆਵੇਗਾ। ਗਜਨੀ ਦੇ ਸ਼ਾਸਕ, ਜੋ ਗਜਨੀ ਦਾ ਸ਼ਾਸਕ ਸੀ, ਯਲਦੂਜ ਜਾਂ ਯਲਦੌਜ ਵੀ ਬੋਲਿਆ ਜਾਂਦਾ ਜਿਸ ਨੂੰ, ਉਸ ਨੂੰ ਇਸ ਨੇ ਰੋਕਣਾ ਸੀ ਕਿ ਉਹ ਪੰਜਾਬ ਤੇ ਹਮਲਾ ਨਾ ਕਰੇ। ਇਸ ਕਰਕੇ ਐਬਕ ਨੇ ਆਪ ਹੀ ਪੰਜਾਬ ਦੇ ਉੱਪਰ ਹਮਲਾ ਕਰ ਦਿੱਤਾ। ਗਜਨੀ ਦੇ ਸ਼ਾਸਕ ਯਲਦੌਜ ਨੂੰ ਰੋਕਣ ਦੇ ਲਈ ਕੁਤਬਦੀਨ ਐਬਕ ਨੇ ਆਪ ਹੀ ਪੰਜਾਬ ਉੱਪਰ ਹਮਲਾ ਕਰ ਦਿੱਤਾ ਸੀ ਤੇ ਅਧਿਕਾਰੀ ਆ ਜਿਹੜਾ ਬਣ ਗਿਆ ਸੀ। ਰਾਜਧਾਨੀ ਯਾਦ ਰੱਖਣਾ, ਕੁਤਬਦੀਨ ਐਬਕ ਨੇ ਲਾਹੌਰ ਨੂੰ, ਕਿਸ ਨੂੰ? ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ। 1210 ਦੇ ਵਿੱਚ ਐਬਕ ਦੀ ਮੌਤ ਹੋ ਜਾਂਦੀ ਹੈ। ਇਹ ਮੌਤ ਪੁੱਛੀ ਜਾਂਦੀ ਹੈ ਐਬਕ ਦੀ, ਵੈਰੀ IMP ਪ੍ਰਸ਼ਨ ਹੈ ਇਹ। ਘੋੜੇ ਤੋਂ ਡਿੱਗ ਕੇ ਇਸ ਦੀ ਮੌਤ ਹੋਈ ਸੀ। ਕੁਤਬ ਮੀਨਾਰ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਸੀ ਐਬਕ ਨੇ। ਕੁਤਬ ਮੀਨਾਰ ਆ ਜੋ ਇਸ ਦਾ ਕੰਮ ਐਬਕ ਨੇ ਸ਼ੁਰੂ ਕਰਵਾਇਆ। ਅੱਗੇ ਦੇਖੋ ਜੋ ਨਸੀਰੂਦੀਨ ਸੀ, ਨਸੀਰੂਦੀਨ ਕੁਬਾਚਾ,
ये अगे जाके इसका भी जिक्र आवेगा। नसीरुद्दीन कबाचा कुतुबुद्दीन ऐबक की भैन दे नाल उसने विआह करवाया सी। अगे आ जाता इल्तुतमिश। इल्तुतमिश एक कुतुबुद्दीन ऐबक का दास, दासां दा दास कहा जाता है। इल्तुतमिश कुतुबुद्दीन ऐबक का दास सी, क्योंकि ऐबक भी दास सी, इसका अगे दास सी इल्तुतमिश। ये ध्यान में रखना। IMP अमीर ए शिकार दा अहुदा इल्तुतमिश नूं ऐबक ने दिता सी। ਉਹਦਾ दास सी ते उसनूं इहने अहुदा दिता सी अमीर ए शिकार। अगे है जो कुतुबुद्दीन आपां ऐबक करते हैं उसका पुत्र सी आराम शाह, जो इस तो बाद आया आराम शाह, पर वो एक निकम्मा इंसान सी। इस करके जो उसका दास सी इल्तुतमिश, उसने उसनूं कैद कर लिया तो बाद दे विच उसका कतल कर दिता, उसनूं मार दिता। ठीक है, तो इल्तुतमिश है जिहड़ा 1221 ਦੇ ਵਿੱਚ, क्योंकि ऐबक की मौत 10 ਵਿੱਚ ਹੋਈ है, इल्तुतमिश अगे आउंदा 1221 ਦੇ ਵਿੱਚ फिर शासक है जिहड़ा बन जाता, उसके पुत्र है जिहड़ा उसनूं आराम शाह नूं मार के। ਇਹ ਆ ਵੀ ਆਪਣੇ इल्तुतमिश ਦੇ ਕੰਮ, ਇਹਨਾਂ ਕੰਮਾਂ ਨੂੰ ਧਿਆਨ ਵਿੱਚ ਰੱਖਣਾ। 1221 ਈਸਵੀ ਦੇ ਵਿੱਚ ਚੰਗੇਜ਼ ਖਾਨ ਜੋ ਮੁਗਲਾਂ ਦੇ ਨਾਲ ਸੰਬੰਧਿਤ ਆਪਾਂ ਕਰਦੇ ਹਾਂ, ਉਸ ਦੇ ਹਮਲਿਆਂ ਤੋਂ ਭਾਰਤ ਨੂੰ ਬਚਾਇਆ इल्तुतमिश ਨੇ। 40 ਸਾਲ ਦੀ ਨਿਯੁਕਤੀ ਕੀਤੀ। 40 ਸਾਲ ਕੀ ਸੀ, 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ ਜੋ ਸ਼ਾਸਨ ਦੇ ਵਿੱਚ सहयोग करते सी। ताजुद्दीन यलदौज जो गजनी का शासक सी, ते नसीरुद्दीन कबाचा आपां पिछे पढ़ के आए हैं, कुतुबुद्दीन ऐबक की भैन दे नाल विआह करवाया सी। नसीरुद्दीन कबाचा ने वो मुल्तान का शासक सी, इसने इन्हां दोनों नूं ही हरा दिता। ध्यान में रखना किस दे समय हमला ये आपां करते हैं कि जिहड़े मंगोल है इन्हां ने किस दे समय जिहड़ा हमला कीता सी भारत के उपर, इल्तुतमिश दे समय हमला कीता सी। ये अगे जाके भी हमले जिहड़े मुगलों के हुंदे आ। अमीरां ते नियंत्रण किया। इल्तुतमिश ने अमीरां के उपर जिहड़ा अपना नियंत्रण बना के रखा, क्योंकि अगे जाके कई शासकों के उपर जिहड़े अमीर हावी भी हो गए सी। अज वाला सिस्टम ही है जिवें हुण अमीर, पर यह चीज़ होर है थोड़ी जी। ठीक है, जिवें अजकल जिहड़े साडे मंत्री मुंत्री जां कोई होर आ अमीरां दे प्रभाव हेठ काम करदे आ, उस तरह दी नीतियां लैके आउंदे आ। अगे है इल्तुतमिश की पुत्री रजिया सुल्तान। इल्तुतमिश की पुत्री सी। 1236 तो लेके 1240 तक इसने राज किया। अमीर ते जिहड़ी सैना सी इसका कहा नहीं मनती सी, क्योंकि एक औरत का कहा मनना वो अपने आप को फिर छोटा समझते सी। अमीर ते सैना 1240 तो अगे होर भी शासक जिहड़े होए आ इस वंश के नाल संबंधित, पर वो बहुते ज़्यादा प्रभावशाली नहीं, वो बहुते ज़्यादा प्रसिद्ध नहीं। अगे आप करते हैं गयासुद्दीन बलबन। गयासुद्दीन बलबन आ जिहड़ा ये 1266 तो लैके 1286 तक लगभग 20 साल राज किया। इसका समा याद रखना गयासुद्दीन बलबन का, क्योंकि दिल्ली सल्तनत का महान शासक है। इत्थे ध्यान में रखना आपां किसी वंश का नहीं कर रहे, पूरे ते पूरा जिहड़ा दिल्ली सल्तनत का जिहड़ा समा उस दे विच जेकर किसी नूं महान मन्निया जांदा वो गयासुद्दीन बलबन नूं मन्निया जांदा। दुआब दे विच जिहड़े लुटेरे सी उन्हां दे उपर इसने काबू किया। मेवाड़ दे विच जो अशांति फैली हुई सी उस दे उपर इसने काबू किया। एक बंगाल दे विच विद्रोह उठिया सी तोगरेल खान दा। तोगरेल खान दा विद्रोह गयासुद्दीन तुगलक दे समय से उसनूं इसने कुचल दिता सी। एक ध्यान में रखना विशेष सैना की इसने स्थापना की सी, जो मंगोल हमले करते सी उन्हां तो बचाव करने दे लई इसने एक खास आ जिहड़ी मिलटरी है उसका प्रबंध किया सी। जिहड़े मंगोलों के हमले पूछे जाते हैं किहड़ी सीमा ते हुंदे सी, उत्तरी पश्चिमी सीमा जिहड़ी उत्थों मंगोल जिहड़े हमला करते सी। मंगोलों बारे ध्यान में रखना कि जिहड़ा बलबन सी इसने मंगोलों नूं मतलब हमलियां तो बचाउण दे लई लहू ते लोह की नीति अपनाई सी। बहुत ही ज़्यादा सख्त नीति अपनाई सी मंगोलों तो अपने राज नूं बचाउण दे लई। 1286 दे विच इसदी मौत हो गई ते अगे जिहड़े इसके उत्तराधिकारी वो बहुत ज़्यादा कमज़ोर निकले। इस तो बाद आ जाता फिर खिलजी, जलालुद्दीन खिलजी। खिलजी वंश का संस्थापक है 1290 तो 96 तक। ध्यान में रखना जलालुद्दीन खिलजी ने खिलजी वंश की जिहड़ी शुरुआत की उसका संस्थापक है। अलाउद्दीन खिलजी ने
इसनूं मार दिता। ठीक है, जो जलालुद्दीन दा भतीजा ते दमाद सी, जिहड़ा आपां उपर करके आए हैं, जलालुद्दीन खिलजी ने खिलजी वंश की स्थापना की, मतलब उसका संस्थापक सी। तो जलालुद्दीन ने जो अलाउद्दीन खिलजी है उसने मार दिता। अलाउद्दीन इसका दमाद भी सी ते भतीजा भी सी। अलाउद्दीन खिलजी नूं कर लेना। बलबन ते अलाउद्दीन खिलजी के प्रश्न ते मुहम्मद बिन तुगलक के सब तो ज़्यादा प्रश्न आते पेपरों में। अलाउद्दीन खिलजी ने 1296 तो 1316 तक राज किया। अलाउद्दीन खिलजी ते मुहम्मद बिन तुगलक ते बलबन का समा याद रखना। खिलजी वंश का प्रसिद्ध शासक, हुण देखो आप इत्थे दिल्ली सल्तनत का नहीं कर रहे, खिलजी वंश का सब तो प्रसिद्ध शासक है जिहड़ा अलाउद्दीन खिलजी है। तो पूरी दिल्ली सल्तनत का आप उपर करके आए हैं बलबन है। गुजरात में इसने 1299 के जित लिया सी। रणथंभौर, चित्तौड़ इन्हों भी इसने जितया। गुजरात नूं अलाउद्दीन ने खिलजी ने 1299 के जितया सी। अगे जो प्रश्न ध्यान में रखना, मलक कफूर अलाउद्दीन खिलजी का जनरल सी। मलक कफूर इसने की मदद की, दखण दे विच जिहड़े इलाके से उन्होंने जितण दे विच मलक कफूर है जिहड़ा उसका बहुत ज़्यादा योगदान रहा। पर इन्हों शासन के जो दक्षिणी भारत के इलाके जिते सी, मलक कफूर ने जो अलाउद्दीन खिलजी का जनरल से उन्होंने मिलाया नहीं सी अपने शासन के विच। अगे देखो अलाउद्दीन खिलजी के काम कर लवो। अलाउद्दीन खिलजी ने भी बहुत ज़्यादा जोड़े महत्वपूर्ण काम उस समय किए। सब तो पहला तो जरूरी वस्तुओं का रेट घट कर दिता अलाउद्दीन खिलजी ने। मंडी अफसरां की नियुक्ति की इसने। घट तोलन वालियां दा उन्ना ही मास कट्टिया जाता सी। जेकर कोई चीज़ घट जोकदा सी, किसी नूं घट दिंदा सी, तो उसका उन्ना ही मास है जिहड़ा घट लिया जाता सी। सब तो जिहड़ा ज़्यादा प्रश्न पूछा जाता है, सैना दे विच हुलिया लिखण ते घोड़े दागण की प्रथा शुरू की अलाउद्दीन खिलजी ने। गुप्तचरां की नियुक्ति की इसने। ये ध्यान में रखना, सैना का हुलिया लिखण ते घोड़े दागण की प्रथा जिहड़ी अलाउद्दीन खिलजी के समय तो शुरू होती है। 1316 के विच फिर इसकी मौत हो जाती है। इस तो बाद आप करते हैं तुगलक वंश, दिल्ली सल्तनत का सब तो प्रसिद्ध वंश। हुण देखो वंश जे पूछा जाए तो सब तो प्रसिद्ध वंश दिल्ली सल्तनत का किहड़ा है? तुगलक वंश है। 1320 तो लैके 1414 तक तुगलक वंश का राज रहा। ये प्रश्न बहुत पूछा जाता कि तुगलक वंश का जिहड़ा समा जिहड़ा सी 1320 तो लैके 1414 ईस्वी तक सी। ते दिल्ली सल्तनत का सब तो जिहड़ा प्रसिद्ध वंश है तुगलक वंश। गियासुद्दीन तुगलक ये पहला शासक सी। गियासुद्दीन तुगलक। मुहम्मद बिन तुगलक अगे फिर इसका उत्तराधिकारी बनया। गियासुद्दीन तुगलक पहला सी, इस तो बाद फिर बनता मुहम्मद बिन तुगलक। मुहम्मद बिन तुगलक देख लवो, इसके बहुत ज़्यादा ही प्रश्न आते हैं। मुहम्मद बिन तुगलक का समा है 1321 तो लैके 25 तो लैके 1325 तो 1351 तक याद रखना। 26 सालों के लगभग इसने राज किया। नवीं योजनावां बनाने के कारण यह प्रसिद्ध है। एक पढ़िया लिखिया शासक सीगा, बुद्धिमान सी, पर इसनूं मूर्खां दे विच गिणिया जाता। राजधानी बदलना 1327 ईस्वी दे विच इसने राजधानी बदलने का जिहड़ा निर्णय लिया सी। ध्यान में रखना कि दिल्ली तो देवगिरी, कई बार लाहौर तो ना कर देना गलती के नाल। दिल्ली तो कित्थे अपनी राजधानी इसने बनाई? देवगिरी, दौलताबाद दे विच। क्यों बनाई सी इसने अपनी राजधानी? बदलना चाहता सी तां जो मुगलों के हमलों तो बचा जा सके तो अपने शासन नूं जिहड़ा चंगे ढंग नाल फिर चलाया जा सके। इस तो बिना फिर इसने कांसे के सिक्के चलाए 1330 ईस्वी, 3 साल बाद 27 तो 3 साल बाद 1330 ईस्वी दे विच। क्यों चलाए सी? क्योंकि चांदी की बहुत ज़्यादा घाट आ गई सी उस समय। उस समय चांदी का टंका जिहड़ा चलदा सी। दुआब दे विच फिर इसने लगान बंदी कर दी सी। खुरासन जित की योजना बनाई इसने। खुरासन है जिहड़ा ये पूछा जाता प्रश्न, जिहड़ा खुरासन है ये ईरान नूं कहा जाता है। ईरान नूं जितण की इसने योजना बनाई सी। सैना सूना बहुत रखी,
बाद ਦੇ ਵਿੱਚ ਫਿਰ ਆਪਣਾ ਜਿਹੜਾ ਵਿਚਾਰ ਇਸਨੇ ਛੱਡ ਦਿੱਤਾ ਸੀ। 1351 ਦੇ ਫਿਰ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਅਗਲਾ ਹੈ ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਜਿਹੜਾ ਤੁਗਲਕ ਹੈ, ਇਹਨਾਂ ਸਾਰੇ ਹੀ ਪ੍ਰਸ਼ਨਾਂ ਨੂੰ ਯਾਦ ਰੱਖਣਾ ਜੋ ਆਪਾਂ ਇਹ ਪਹਿਲੀ ਵਾਰ 'ਚ ਕਰ ਰਹੇ ਹਾਂ, ਕਿਉਂਕਿ ਪਾਠ ਪੁਸਤਕਾਂ ਵਾਲੇ ਪ੍ਰਸ਼ਨ ਜੋ ਆਪਣੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ। ਫਿਰੋਜ਼ ਸ਼ਾਹ ਤੁਗਲਕ ਇਹ ਇੱਕ ਆਦਰਸ਼ ਸ਼ਾਸਕ ਮੰਨਿਆ ਜਾਂਦਾ। ਫਿਰੋਜ਼ ਸ਼ਾਹ ਤੁਗਲਕ ਇਸ ਨੇ ਤਲਾਬ, ਨਹਿਰਾਂ, ਖੂਹਾਂ ਦਾ ਨਿਰਮਾਣ ਕਰਵਾਇਆ, ਹਸਪਤਾਲ ਵੀ ਬਣਾਏ, ਸਿੱਖਿਆ ਸੰਸਥਾਵਾਂ ਵੀ ਚਲਾਈਆਂ ਆਪਣੇ ਸਮੇਂ। ਉੱਤਰਾਧਿਕਾਰੀ ਇਸ ਦੇ ਆਪਾਂ ਅੱਗੇ ਕਰਦੇ ਹਾਂ। ਉੱਤਰਾਧਿਕਾਰੀ ਅੱਗੇ ਕਮਜ਼ੋਰ ਹੀ ਨਿਕਲੇ ਆ। 1398 ਦੇ ਵਿੱਚ ਤੈਮੂਰ ਦਾ ਹਮਲਾ ਹੋਇਆ ਸੀ, ਆਪਾਂ ਕਰਕੇ ਆਏ ਹਾਂ। ਦੇਖੋ ਇਸ ਤੇ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਨਹੀਂ ਹੁੰਦਾ, ਫਿਰੋਜ਼ ਸ਼ਾਹ ਤੁਗਲਕ ਤਾਂ 88 ਤੱਕ ਹੀ ਹੈ ਤੇ ਤੈਮੂਰ ਜਿਹੜਾ ਹਮਲਾ ਕਰ ਰਿਹਾ 1398 ਦੇ ਵਿੱਚ ਕਰ ਰਿਹਾ। ਜਦੋਂ ਤੈਮੂਰ ਦਾ ਹਮਲਾ ਹੋਇਆ ਉਸਨੇ ਦਿੱਲੀ ਨੂੰ ਬਹੁਤ ਜ਼ਿਆਦਾ ਲੁੱਟਿਆ, ਠੀਕ ਹੈ, ਤੇ ਫਾਇਦਾ ਚੱਕਿਆ ਜਦੋਂ ਉਸਦੇ ਹਮਲਿਆਂ ਦਾ, ਤੈਮੂਰ ਦਿਆਂ ਦਾ। ਤਾਂ ਜਿਹੜਾ ਪੰਜਾਬ ਸੀ, ਮਾਲਵਾ ਦੇਸ਼ ਸੀ, ਮੇਵਾੜ ਸੀ, ਜੌਨਪੁਰ ਸੀ, ਖਾਨ ਦੇਸ਼ ਤੇ ਗੁਜਰਾਤ ਇਹ ਸੁਤੰਤਰ ਹੋ ਗਏ ਸੀ। ਫਿਰੋਜ਼ ਸ਼ਾਹ ਤੁਗਲਕ ਦੀ 88 ਵਿੱਚ ਮੌਤ ਹੋ ਜਾਂਦੀ ਹੈ। 10 ਸਾਲਾਂ ਬਾਅਦ 1398 ਦੇ ਵਿੱਚ ਤੈਮੂਰ ਨੇ ਹਮਲਾ ਕੀਤਾ ਤੇ ਦਿੱਲੀ ਦੇ ਵਿੱਚ 15 ਦਿਨ ਲਗਭਗ ਲੁੱਟਮਾਰ ਕੀਤੀ ਤੇ ਇਹ ਲੁੱਟਮਾਰ ਦੇ ਵਿੱਚ ਜਿਹੜੇ ਬਾਕੀ ਜਿਵੇਂ ਪੰਜਾਬ, ਮਾਲਵਾ, ਮੇਵਾੜ, ਜੌਨਪੁਰ, ਖਾਨ ਦੇਸ਼, ਗੁਜਰਾਤ ਇਹ ਸੁਤੰਤਰ ਹੋ ਜਾਂਦੇ ਆ ਹਮਲੇ ਦਾ ਫਾਇਦਾ ਉਠਾ ਕੇ। ਇਹ ਦੇਖੋ ਤੈਮੂਰ ਜਦੋਂ ਹਮਲਾ ਕਰਕੇ ਆਪਣਾ ਵਾਪਸ ਜਾ ਰਿਹਾ ਸੀ ਤਾਂ ਉਸਨੇ ਖਿਜਰ ਖਾਨ ਨੂੰ, ਕਿਸ ਨੂੰ, ਖਿਜਰ ਖਾਨ ਨੂੰ ਮੁਲਤਾਨ, ਲਾਹੌਰ ਦਾ ਗਵਰਨਰ ਬਣਾ ਦਿੱਤਾ। ਖਿਜਰ ਖਾਨ ਨੂੰ ਗਵਰਨਰ ਬਣਾ ਗਿਆ ਜਾਂਦਾ ਜਾਂਦਾ ਤੇ ਖਿਜਰ ਖਾਨ ਨੇ 1414 ਈਸਵੀ ਦੇ ਵਿੱਚ ਫਿਰ ਦਿੱਲੀ ਉੱਪਰ ਹਮਲਾ ਕਰ ਦਿੱਤਾ ਤੇ ਤੁਗਲਕ ਵੰਸ਼ ਆ ਜਿਹੜਾ ਉਸਨੂੰ ਸਮਾਪਤ ਕਰ ਦਿੱਤਾ ਤੇ ਸੈਯਦ ਵੰਸ਼ ਦੀ ਜਿਹੜੀ ਨੀਂਹ ਰੱਖ ਦਿੱਤੀ। ਸੈਯਦ ਵੰਸ਼ ਦੀ ਨੀਂਹ ਕਿਸ ਨੇ ਰੱਖੀ? ਖਿਜਰ ਖਾਨ ਨੇ ਰੱਖੀ। ਅੱਗੇ ਦੇਖੋ ਸੈਯਦ ਵੰਸ਼ ਕਰ ਲਵੋ। ਖਿਜਰ ਖਾਨ 1414 ਤੋਂ ਲੈ ਕੇ 1451 ਤੱਕ ਰਿਹਾ। ਬਸ ਇਹੀ ਧਿਆਨ ਵਿੱਚ ਰੱਖਣਾ ਕਿ 1414 ਈਸਵੀ ਦੇ ਵਿੱਚ, ਕਿਉਂਕਿ ਤੈਮੂਰ ਦੇ ਹਮਲਿਆਂ ਨਾਲ ਸੰਬੰਧਿਤ ਹੈ, ਇਸ ਨੇ ਦਿੱਲੀ ਉੱਪਰ ਹਮਲਾ ਕਰਕੇ ਸੈਯਦ ਵੰਸ਼ ਦੀ ਸਥਾਪਨਾ ਕੀਤੀ। ਸੈਯਦ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਆਪਾਂ ਕਰਦੇ ਹਾਂ ਅਲਾਉਦੀਨ ਆਲਮ ਸ਼ਾਹ। ਸੈਯਦ ਵੰਸ਼ ਦਾ ਆਖਰੀ ਸ਼ਾਸਕ ਅਲਾਉਦੀਨ ਆਲਮ ਸ਼ਾਹ, ਜਿਸ ਨੂੰ ਲਾਹੌਰ ਦੇ ਸ਼ਾਸਕ ਬਹਿਲੋਲ ਲੋਧੀ ਨੇ ਹਰਾ ਦਿੱਤਾ ਸੀ ਤੇ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ। ਬਹਿਲੋਲ ਲੋਧੀ ਨੇ ਕਿਸ ਨੂੰ ਹਰਾਇਆ ਸੀ? ਅਲਾਉਦੀਨ ਆਲਮ ਸ਼ਾਹ ਨੂੰ, ਜੋ ਆਖਰੀ ਸ਼ਾਸਕ ਹੈ ਸੈਯਦ ਵੰਸ਼ ਦਾ। ਅੱਗੇ ਦੇਖੋ ਵੀ ਆਪਣਾ ਆ ਜਾਂਦਾ ਲੋਧੀ ਵੰਸ਼ 1451 ਤੋਂ 1526 ਈਸਵੀ। ਬਹਿਲੋਲ ਲੋਧੀ, ਬਹਿਲੋਲ ਲੋਧੀ ਲੋਧੀ ਵੰਸ਼ ਦੀ ਇਸਨੇ ਸਥਾਪਨਾ ਕੀਤੀ। ਇਹ ਪਹਿਲਾ ਸੰਸਥਾਪਕ ਹੈ। ਇਸ ਦਾ ਪੁੱਤਰ ਸੀ ਅੱਗੇ ਸਿਕੰਦਰ ਲੋਧੀ। ਸਿਕੰਦਰ ਲੋਧੀ ਦੇ ਨਾਲ ਸੰਬੰਧਿਤ ਇਹ ਵਾਲੇ ਪ੍ਰਸ਼ਨਾਂ ਨੂੰ ਧਿਆਨ ਵਿੱਚ ਰੱਖੋ। ਸਿਕੰਦਰ ਲੋਧੀ ਇਸ ਵੰਸ਼ ਦਾ ਮਤਲਬ ਲੋਧੀ ਵੰਸ਼ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਜਿਹੜਾ ਸ਼ਾਸਕ ਹੈ। ਖੇਤੀ ਸੁਧਾਰ ਕੀਤੇ ਇਸਨੇ, ਚੀਜ਼ਾਂ ਦੀਆਂ ਕੀਮਤਾਂ ਘੱਟ ਕਰੀਆਂ। ਅਗਲਾ ਦੇਖੋ ਪ੍ਰਸ਼ਨ ਜੋ 1530 ਦੇ ਵਿੱਚ ਆਗਰਾ ਸ਼ਹਿਰ ਆ ਜਿਹੜਾ ਇਹ ਵਸਾਇਆ ਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚ 1530 ਹੀ ਮਿਲਦਾ, ਪਰ ਸਿਕੰਦਰ ਲੋਧੀ ਦੀ ਜਿਹੜੀ ਮੌਤ ਆ 1517 ਵਿੱਚ ਹੋਈ ਹੈ। ਫਿਰ ਆਗਰਾ ਸ਼ਹਿਰ ਆ ਜਿਹੜਾ 1530 ਵਾਲਾ ਗਲਤ ਹੈ, ਜਾਂ ਤਾਂ ਫਿਰ 1503 ਹੋਵੇਗਾ ਜਾਂ ਫਿਰ 1504 ਹੋਵੇਗਾ, ਪਰ ਜਿਹੜਾ ਸਹੀ ਉੱਤਰ ਮਿਲਦਾ ਇਹ 1504 ਹੀ ਹੈ ਇਸ ਦਾ ਉੱਤਰ। ਆਪਾਂ ਨੈੱਟ ਉੱਪਰ ਵੀ ਦੇਖੀਏ, ਹੋਰ ਕਿਤਾਬਾਂ ਵਿੱਚ ਵੀ ਦੇਖੀਏ, 1504 ਦੇ ਵਿੱਚ ਆਗਰਾ ਸ਼ਹਿਰ ਆ ਜਿਹੜਾ ਵਸਾਇਆ ਸਿਕੰਦਰ ਲੋਧੀ ਨੇ ਤੇ ਆਪਣੀ ਰਾਜਧਾਨੀ ਬਣਾਈ। ਇਸ ਤੋਂ ਬਾਅਦ ਆ ਜਾਂਦਾ ਫਿਰ ਇਬਰਾਹਿਮ ਲੋਧੀ, ਇਹ ਸੁਲਤਾਨ ਬਣਦਾ। ਅਮੀਰਾਂ ਦੀ ਸ਼ਕਤੀ ਨੂੰ ਰੋਕਣ ਵਿੱਚ ਇਸਨੇ ਕਈ ਯਤਨ ਕੀਤੇ। ਅੱਗੇ ਫਿਰ ਕੀ ਹੁੰਦਾ? ਜੋ ਪੰਜਾਬ ਦਾ ਸ਼ਾਸਕ ਹੁੰਦਾ ਦੌਲਤ ਖਾਂ, ਦੌਲਤ ਖਾਂ ਲੋਧੀ ਤੇ ਇਬਰਾਹਿਮ ਲੋਧੀ ਦਾ ਚਾਚਾ ਹੁੰਦਾ ਜਿਹੜਾ ਆਲਮ ਖਾਂ, ਜਿਸ ਨੂੰ ਆਲਮ ਸ਼ਾਹ ਵੀ ਲਿਖਿਆ ਮਿਲਦਾ। ਆਲਮ ਖਾਨ ਜਿਹੜਾ ਉਹ ਅਫਗਾਨਿਸਤਾਨ ਬਾਬਰ ਦੇ ਕੋਲ ਜਾਂਦਾ, ਠੀਕ ਹੈ, ਤੇ ਉਸ ਨੂੰ ਬੇਨਤੀ ਕਰਦਾ ਭਾਰਤ ਉੱਪਰ ਹਮਲਾ ਕਰਨ ਦੀ, ਤੇ ਉਹ ਹਮਲਾ ਕਰਦਾ 1526 ਵਿੱਚ ਤੇ ਪਾਣੀਪਤ ਦੀ ਪਹਿਲੀ ਲੜਾਈ ਹੁੰਦੀ ਹੈ ਤੇ ਜਿਹੜਾ ਇਹ ਦਿੱਲੀ ਸਲਤਨਤ ਆ ਇਹ ਸਮਾਪਤ ਹੋ ਜਾਂਦੀ ਹੈ ਤੇ ਮੁਗਲ ਵੰਸ਼ ਆ ਜਿਹੜਾ ਇਹ ਸ਼ੁਰੂ ਹੋ ਜਾਂਦਾ, ਮੁਗਲ ਸਾਮਰਾਜ। ਇਸ ਦੇ ਉੱਪਰ ਆਪਾਂ 1 ਤੇ 2 ਵੀਡੀਓ ਬਣਾਈਆਂ ਹੋਈਆਂ। ਇਸ ਤੋਂ ਬਾਅਦ ਫਿਰ ਮੁਗਲ ਸਾਮਰਾਜ ਜਿਹੜਾ ਸ਼ੁਰੂ ਹੁੰਦਾ। ਦੇਖੋ ਵੀ ਹੁਣ ਥੋੜਾ ਜਿਹਾ ਐਕਟਿਵ ਹੋ ਕੇ ਚੰਗੀ ਤਰ੍ਹਾਂ ਧਿਆਨ ਵਿੱਚ ਹਰ ਇੱਕ ਚੀਜ਼ ਨੂੰ ਰੱਖਦੇ ਜਾਣਾ। ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਹੁਣ ਆਪਾਂ ਗਹਿਰਾਈ ਦੇ ਵਿੱਚ ਅਧਿਐਨ ਕਰਾਂਗੇ
4-5 ਕਿਤਾਬਾਂ ਤੋਂ ਇੱਕ ਸ਼ਾਸਕ ਦੇ ਨਾਲ ਸੰਬੰਧਿਤ ਜਿਹੜਾ ਇਹ ਪ੍ਰਸ਼ਨ ਆਪਾਂ ਲੈ ਗਏ ਆ ਜੋ ਪੇਪਰਾਂ ਦੇ ਵਿੱਚ ਆਉਂਦੇ ਆ। ਤੁਹਾਨੂੰ ਪ੍ਰਸ਼ਨਾਂ ਦੇ ਹਿਸਾਬ ਨਾਲ ਦੱਸਾਂਗਾ। ਪਹਿਲੀ ਵਾਰ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦਿੱਲੀ ਸਲਤਨਤ ਆ ਜਿਹੜਾ ਕਾफ़ੀ ਜ਼ਿਆਦਾ ਔਖਾ, ਇਸ ਦੇ ਵਿੱਚ ਵੰਸ਼ ਵੀ ਬਦਲਦੇ ਆ। ਮੁਗਲ ਸਾਮਰਾਜ ਸੌਖਾ ਸੀ ਇਸ ਤੋਂ ਕਈ ਗੁਣਾ ਜ਼ਿਆਦਾ। ਪਰ ਜੇਕਰ ਪਹਿਲੀ ਵਾਰ ਵੀਡੀਓ ਦੇਖਣ ਦੇ ਨਾਲ ਤੁਹਾਡੇ 35% ਵੀ ਯਾਦ ਹੋ ਜਾਵੇ, ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਤੁਹਾਡੀ। ਇਸ ਤੋਂ ਬਾਅਦ 4-5 ਦਿਨਾਂ ਬਾਅਦ ਕੋਈ ਹੋਰ ਕਿਸੇ ਚੈਨਲ ਦੇ ਉੱਪਰ ਵੀਡੀਓ ਦੇਖ ਲੈਣਾ ਜਿਸ ਦੇ ਵਿੱਚ ਕੋਈ ਟੈਸਟ ਵਗੈਰਾ ਲਿਆ ਗਿਆ ਹੋਵੇ। ਮੈਂ ਦੇਖੋ ਇਹਨਾਂ ਪ੍ਰਸ਼ਨਾਂ ਨੂੰ ਲਿਖਿਆ, ਹੋਰ ਕਿਤਾਬਾਂ ਤੋਂ ਪੜ੍ਹਿਆ, ਪਹਿਲਾਂ ਆਪ ਪੜ੍ਹਿਆ, ਠੀਕ ਹੈ। ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਇਹਨਾਂ ਨੂੰ ਯਾਦ ਕੀਤਾ ਹੋਇਆ ਜਦੋਂ ਮੈਂ ਆਪ ਤਿਆਰੀ ਕਰਦਾ ਸੀ। ਫਿਰ ਵੀ ਜੇਕਰ ਕੋਈ ਮੇਰਾ 100 ਨੰਬਰ ਦਾ ਟੈਸਟ ਲਵੇ ਤਾਂ ਮੈਨੂੰ ਲੱਗਦਾ ਕਿ ਮੇਰੇ 75 ਮਰ ਕੇ ਠੀਕ ਜਾਣਗੇ ਦਿੱਲੀ ਸਲਤਨਤ ਦਾ। ਫਿਰ ਵੀ ਕੋਈ ਨਾ ਕੋਈ ਪ੍ਰਸ਼ਨ ਜਿਹੜਾ ਗਲਤ ਹੋ ਜਾਂਦਾ। ਇਸ ਕਰਕੇ ਹੀ ਆਪਾਂ ਇਸ ਨੂੰ ਇੱਕ ਵਾਰ ਦੇ ਵਿੱਚ ਕੀਤਾ ਕਿ ਪੂਰੀ ਇੱਕ ਕਹਾਣੀ ਜੀ ਜਿਹੜੀ ਤੁਹਾਡੇ ਦਿਮਾਗ ਵਿੱਚ ਬਣ ਜਾਵੇ। ਇਸ ਤੋਂ ਬਾਅਦ ਫਿਰ ਜਦੋਂ ਆਪਾਂ ਪ੍ਰਸ਼ਨ ਕਰਾਂਗੇ ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜਾ ਇਹ 60-65 ਜਿੰਨਾ ਕਿ 70% ਦੇ ਲਗਭਗ ਤੁਹਾਡਾ ਜਿਹੜਾ ਦਿੱਲੀ ਸਲਤਨਤ ਆ ਯਾਦ ਹੋ ਜਾਏਗਾ। ਪਹਿਲੀ ਵਾਰ ਵਿੱਚ 100% ਨਹੀਂ ਆਪਾਂ ਯਾਦ ਕਰ ਸਕਦੇ। ਇਸ ਕਰਕੇ ਧਿਆਨ ਜ਼ਰੂਰ ਰੱਖਣਾ, ਪਰ ਦਿਮਾਗ 'ਤੇ ਜ਼ਿਆਦਾ ਟੈਨਸ਼ਨ ਨਾ ਲੈਣਾ ਯਾਦ ਕਰਨ ਦੀ। ਆਪਣੇ ਆਪ ਜੋ ਯਾਦ ਹੋ ਰਿਹਾ ਉਸ ਨੂੰ ਹੋਣ ਦਿਓ ਪਹਿਲੀ ਵਾਰ ਵਿੱਚ ਯਾਦ। ਦੇਖੋ ਦਿੱਲੀ ਸਲਤਨਤ ਆਮਲ ਆਪਾਂ ਯਾਦ ਕੀਤਾ। ਆਮਲ ਪਰਗੰਨੇ ਦਾ ਮੁੱਖ ਅਧਿਕਾਰੀ ਸੀ। ਪਰਗੰਨੇ ਦਾ ਮੁੱਖ ਅਧਿਕਾਰੀ ਆਮਲ। ਪਰਗੰਨਾ ਕੀ ਸੀ? ਪਰਗੰਨਾ ਕੁਝ ਪਿੰਡਾਂ ਨੂੰ ਮਿਲਾ ਕੇ ਬਣਦਾ ਸੀ ਪਰਗੰਨਾ। ਪਿੰਡ ਦਾ ਮੁਖੀ ਇਹ ਸੀ ਮੁਕਦਮ। ਆਪਾਂ ਪਿੱਛੇ ਯਾਦ ਕੀਤਾ ਇੱਕ ਖੁੱਤ ਵੀ ਸੀ ਤੇ ਮੁਕਦਮ, ਦੋਨਾਂ ਨੂੰ ਹੀ ਆਪਾਂ ਜਿਹੜਾ ਪਿੰਡ ਦੇ ਮੁਖੀਆਂ ਵਿੱਚ ਕੀਤਾ। ਇਹ ਪ੍ਰਸ਼ਨ ਬਹੁਤ ਵਾਰ ਆਉਂਦਾ ਕਿ ਦਿੱਲੀ ਸਲਤਨਤ ਦੇ ਸਮੇਂ ਪਿੰਡਾਂ ਦਾ ਮੁਖੀ ਕੌਣ ਹੁੰਦਾ ਸੀ? ਮੁਕਦਮ। ਪ੍ਰਾਂਤ ਆ ਜਾਂਦੇ ਅੱਗੇ। ਪ੍ਰਾਂਤਾਂ ਦੇ ਵਿੱਚ ਜੋ ਗਵਰਨਰ ਹੁੰਦੇ ਆ, ਦਿੱਲੀ ਸਲਤਨਤ ਦੇ ਸਮੇਂ ਉਸ ਨੂੰ ਕੀ ਕਿਹਾ ਜਾਂਦਾ ਸੀ? ਸੂਬੇਦਾਰ ਕਿਹਾ ਜਾਂਦਾ ਸੀ, ਮੁਕਤੀ ਵੀ ਕਿਹਾ ਜਾਂਦਾ ਸੀ ਤੇ ਵਲੀ ਵੀ ਕਿਹਾ ਜਾਂਦਾ ਸੀ। ਅੱਗੇ ਦੇਖੋ ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਦੇ ਸਮੇਂ ਤੋਂ ਮੁਸਲਮਾਨ ਤੇ ਹਿੰਦੂਆਂ ਨੂੰ ਵੀ ਅਧਿਕਾਰੀ ਨਿਯੁਕਤ ਕੀਤਾ ਜਾਣ ਲੱਗਾ। ਮਤਲਬ ਹਿੰਦੂਆਂ ਨੂੰ ਵੀ ਨੌਕਰੀਆਂ ਦੇ ਉੱਪਰ, ਅਹੁਦਿਆਂ ਦੇ ਉੱਪਰ ਰੱਖਿਆ ਜਾਣ ਲੱਗਿਆ ਸੀ ਅਲਾਉਦੀਨ ਖਿਲਜੀ ਦੇ ਸਮੇਂ ਤੋਂ। ਅਲਾਉਦੀਨ ਖਿਲਜੀ ਨੇ ਭੂਮੀ ਸੁਧਾਰਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਸ ਤੋਂ ਪਿੱਛੇ ਆਪਾਂ ਯਾਦ ਕਰਕੇ ਆਏ ਹਾਂ ਦੀਵਾਨ ਏ ਕੋਹੀ। ਕੋਹੀ ਮਤਲਬ ਖੇਤੀਬਾੜੀ ਦੇ ਨਾਲ ਸੰਬੰਧਿਤ, ਜੋ ਸੰਬੰਧਿਤ ਹੈ ਮੁਹੰਮਦ ਬਿਨ ਤੁਗਲਕ ਦੇ ਨਾਲ। ਤੁਗਲਕ ਉਹ ਅਸਲ ਦੇ ਵਿੱਚ ਇੱਕ ਉਸਨੇ ਇੱਕ ਵਿਭਾਗ ਬਣਾਇਆ ਸੀ ਖੇਤੀ ਸੁਧਾਰਾਂ ਦੇ ਨਾਲ ਸੰਬੰਧਿਤ, ਖੇਤੀ ਦੇ ਨਾਲ ਸੰਬੰਧਿਤ, ਦੀਵਾਨ ਏ ਕੋਹੀ। ਪਰ ਇੱਥੇ ਆਪਾਂ ਕਰ ਰਹੇ ਹਾਂ ਕਿ ਵਿਸ਼ੇਸ਼ ਧਿਆਨ ਦਿੱਤਾ। ਇਹ ਕੀਤਾ ਅਲਾਉਦੀਨ ਖਿਲਜੀ ਨੇ ਭੂਮੀ ਸੁਧਾਰਾਂ ਵੱਲ। ਅੱਗੇ ਹੈ ਫਿਰੋਜ਼ ਸ਼ਾਹ ਤੁਗਲਕ ਨੇ ਸਿੰਚਾਈ ਦੇ ਲਈ ਨਹਿਰਾਂ ਬਣਵਾਈਆਂ। ਲਗਾਨ ਪੁੱਛਿਆ ਜਾਵੇ, ਦਿੱਲੀ ਸਲਤਨਤ ਦੇ ਸਮੇਂ ਜਿਹੜਾ ਲਗਾਨ ਹੈ ਇਹ ਕਿੰਨਾ ਲਿਆ ਜਾਂਦਾ ਸੀ? 10% ਤੋਂ ਲੈ ਕੇ 50% ਤੱਕ ਜਿਹੜਾ ਇਹ ਟੈਕਸ ਕਰ ਲਿਆ ਜਾਂਦਾ ਸੀ ਦਿੱਲੀ ਸਲਤਨਤ ਦੇ ਸਮੇਂ। ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ। ਕਰ 4 ਤਰ੍ਹਾਂ ਦੇ ਕਰ ਲਗਾਏ ਜਾਂਦੇ ਸੀ। ਉੱਥੇ ਆਵੇਗਾ ਕਿ ਕਿਹੜੇ ਤਰ੍ਹਾਂ ਦਾ ਕਰ ਨਹੀਂ ਲਗਾਇਆ ਜਾਂਦਾ ਸੀ। ਉਹਨਾਂ ਆਪਸ਼ਨਾਂ ਦੇ ਵਿੱਚ ਇੱਕ ਕਰ ਨਹੀਂ ਹੋਵੇਗਾ। ਖਰਾਜ, ਖਮਸ, ਜ਼ਕਾਤ ਤੇ ਜਜ਼ੀਆ। ਖਮਸ ਕਰ ਕਿਹੜਾ ਹੁੰਦਾ ਸੀ? ਟੈਕਸ। ਜੇ ਕੋਈ ਲੁੱਟਮਾਰ ਕਰਦੀ ਸੀ ਸੈਨਾ, ਲੁੱਟਮਾਰ ਕੀਤੀ ਜਾਂਦੀ ਸੀ ਤਾਂ 1/5 ਭਾਗ ਮਤਲਬ 5 ਭਾਗ ਕਰ ਲਏ ਜਾਂਦੇ ਸੀ। ਉਹਦੇ ਵਿੱਚੋਂ 1 ਭਾਗ ਆ ਜਿਹੜਾ ਉਹ ਸੁਲਤਾਨ ਦਾ ਹੁੰਦਾ ਸੀ। ਬਾਕੀ ਜਿਹੜੇ 4 ਭਾਗ ਹੁੰਦੇ ਸੀ ਪੰਜਾਂ ਦੇ ਵਿੱਚੋਂ ਉਹ ਬਾਕੀ ਸਾਰੀ ਹੀ ਸੈਨਾ ਨੂੰ ਵੰਡ ਦਿੱਤੇ ਜਾਂਦੇ ਸੀ। ਜ਼ਕਾਤ ਇਹ ਇੱਕ ਧਾਰਮਿਕ ਕਰ ਹੁੰਦਾ ਸੀ ਜਿਹੜਾ ਮੁਸਲਮਾਨਾਂ ਉੱਪਰ ਲਗਾਇਆ ਜਾਂਦਾ ਸੀ। ਕਿਹੜਾ ਕਰ ਮੁਸਲਮਾਨਾਂ ਉੱਪਰ ਲਗਾਇਆ ਜਾਂਦਾ ਸੀ? ਜ਼ਕਾਤ। ਠੀਕ ਆ ਵੀ 2.5% ਹੁੰਦਾ ਸੀ। ਇਹ 25 ਨਾ ਕਰਨਾ, 2.5% ਹੁੰਦਾ ਸੀ। ਜਜ਼ੀਆ ਇਹ ਤੁਸੀਂ ਜਾਣਦੇ ਹੋ ਗੈਰ ਮੁਸਲਮਾਨਾਂ ਦੇ ਉੱਤੇ ਲਗਾਇਆ ਜਾਂਦਾ ਸੀ। 10 ਤੋਂ ਲੈ ਕੇ 40 ਟੰਕਾ ਹੁੰਦਾ ਸੀ। ਇਹ ਬੱਚਿਆਂ ਨੂੰ, ਔਰਤਾਂ ਨੂੰ ਤੇ ਗਰੀਬਾਂ ਨੂੰ ਇਸ ਤੋਂ ਜਜ਼ੀਏ ਤੋਂ ਛੋਟ ਹੁੰਦੀ ਸੀ। ਇਹਨਾਂ ਉੱਪਰ ਨਹੀਂ ਲਗਾਇਆ ਜਾਂਦਾ ਸੀ। ਮਤਲਬ ਕਿਹਾ ਜਾਂਦਾ ਕਿ ਨਹੀਂ ਲਗਾਇਆ ਜਾਂਦਾ ਸੀ, ਇੱਕ ਅੰਦਾਜ਼ਾ ਲਗਾਇਆ ਜਾਂਦਾ, ਪੱਕਾ ਨਹੀਂ ਕਿਹਾ ਜਾਂਦਾ ਕਿ ਲਗਾਇਆ ਹੀ ਨਹੀਂ ਜਾਂਦਾ ਸੀ। ਅੱਗੇ ਹੈ ਇਲਤੁਤਮਿਸ। ਇਲਤੁਤਮਿਸ ਕੁਤਬਦੀਨ ਦਾ ਦਾਸ, ਦਾਸਾਂ ਦਾ ਦਾਸ ਆਪਾਂ ਕੀਤਾ। ਗਿਆਸੁਦੀਨ ਬਲਬਨ ਨੇ ਰਕਤ ਤੇ ਲੋਹ ਦੀ ਨੀਤੀ ਅਪਣਾਈ ਸੀ। ਕਿਹਨਾਂ ਦੇ ਵਿਰੁੱਧ? ਮੁਗਲਾਂ ਦੇ ਵਿਰੁੱਧ ਅਪਣਾਈ ਸੀ ਗਿਆਸੁਦੀਨ ਬਲਬਨ ਨੇ। ਅਲਾਉਦੀਨ ਖਿਲਜੀ ਘੋੜਿਆਂ ਨੂੰ ਦਾਗਣ ਤੇ ਸੈਨਿਕਾਂ ਦੀ ਪਹਿਚਾਣ ਦੇ ਲਈ ਪ੍ਰਥਾ ਸ਼ੁਰੂ ਕੀਤੀ ਸੀ ਅਲਾਉਦੀਨ
खिलजी ने घोड़ियां नूं दागण ते हुलिया रखना सैना दा। इस तो बाद वाले जिहड़े प्रश्न आ इन्हां नूं ध्यान विच रखना। कुतुबुद्दीन ऐबक बारे समा काल तुहानूं याद होवे, ये प्रश्न आए होए आ पेपरां विच। रजिया सुल्तान दा समा काल तुहानूं याद होवे। इस तो बाद इल्तुतमिश आ जिहड़ा दास वंश दे विच इसदा पता होवे, ये कदों शासक बनिया सी। मलक कफूर दा तां पता ही होवे, ठीक है, ये कौन सी। इस तो बाद है मुहम्मद बिन तुगलक, इसने किहड़ी राजधानी बनाई सी मुहम्मद बिन तुगलक ने। ते एक आउंदा प्रश्न तैमूर ने कदों हमला कीता सी। ये प्रश्न जदों भी आउण इन्हां नूं ध्यान विच रख लेना। अगे देखो भी इन्हां वंशां दे नाल संबंधित जो प्रश्न आ जाते हैं, इत्थों ही आउंदा कोई ना कोई प्रश्न। सब तो पहला तो आप करते हैं कि दास वंश आ जिहड़ा ये आया 1206 तो 1290 तक रहा। सब तो आखिरी भी तुहाडे याद आ लोधी वंश। इत्थे प्रश्न आ सकता कि दास वंश तो बाद किहड़ा वंश आया, खिलजी वंश। जा जांदा कि तुगलक वंश किहड़े वंश तो बाद आया, खिलजी वंश तो बाद तुगलक आया। ठीक है, लोधी वंश तो पहला किहड़े शासकों का राज सी, सैयद वंश सी। या फिर आएगा कि तुगलक वंश नूं किसने समाप्त किया, सैयद वंश ने समाप्त किया। होर जो ज़्यादा प्रश्न आ जाते हैं, कई बार पूछा जाता है कि किहड़े वंश ने ज़्यादा लंबा समा राज किया तो किसने घट समा राज किया। दास वंश आ जिहड़ा इसने 84 साल के लगभग राज किया। सब तो ज़्यादा लंबा समा याद करिए तो 94 साल का जिहड़ा समा ये तुगलक वंश ने राज किया। सब तो लंबा समा जिहड़ा वंश रहा दिल्ली सल्तनत दे विच ये रहा तुगलक वंश। ते सब तो घट समा रहा खिलजी वंश, 30 साल शासन रहा खिलजी वंश का। 320 साल के लगभग राज रहा दिल्ली सल्तनत का ते 32 के करीब राजे होए आ, सुल्तान होए आ। अगे आप उच्च पद्धर के थोड़े जे बरीकी दे विच जाके प्रश्न करांगे कि कोई प्रश्न रह ना जाए साडा। गुलाम वंश आ जिहड़ा 1206 तो लैके 1290 तक रहा। ये समा तुहानूं याद रखना पैना गुलाम वंश का। ते एक कुतुबुद्दीन ऐबक का। दास वंश आ जिहड़ा इसनूं इलबरी वंश भी कहा जाता, ममलूक वंश के नाल भी जाणिया जाता। इलबरी ते ममलूक। कुतुबुद्दीन का जिहड़ा शासन है इसनूं कुतबी शासन मन्निया जाता, कुतबी शासन भी कहा जाता। पहला तुर्क आ कुतुबुद्दीन ऐबक जिसने ये राज किया, शासन किया। अगे आ जाता इल्तुतमिश। ये जिहड़ा शासन है कहा जाता है कि इसने नवा शासन की स्थापना की सी, समसी शासन। आप ज़्यादातर यही करते हैं कि दास वंश के नाल करते हैं संबंधित इल्तुतमिश नूं, पर वो प्रश्न कई बार पेपर में अजिहा आउंदा जो अपना उसके उल्ट होंदा जो अपना पक चुकिया हो। आप दास वंश के ही करते हैं, ठीक है, पर उत्थे आवेगा समसी उत्तर होगा उसका कि समसी शासन की स्थापना की इल्तुतमिश ने। अगे है बलबन। बलबनी शासन की शुरुआत की बलबन ने। कुतुबुद्दीन ऐबक नूं लाख बख्श भी कहा जाता है। लाख बख्श मतलब लखां दे विच दान करता सी कुतुबुद्दीन ऐबक जदों दान करता सी। अगला यह समा याद रखना 1206 वाला। 1206 दे विच जो मुहम्मद गौरी है इसकी मौत होती है। ये पूछा जाता समा मुहम्मद गौरी। तो 1206 दे विच ही फिर कुतुबुद्दीन ने अपने आप को स्वतंत्र कर लिया। ऐबक जो ऐबक ने किहड़ी पदवी ग्रहण की सी, सिपह सलार दी, ते मलक की पदवी धारण की ऐबक ने। अगे है जो कुतुब मीनार है 234 फुट के करीब जी कुतुब मीनार की उचाई है, इसनूं ऐबक ने शुरू करवाया सी ते उसकी मौत हो जाती है। तो इसका जिहड़ा कारज है फिर इल्तुतमिश ने पूरा करवाया सी। ये क्यों बनाई गई सी, जो मुसलमानों ने अपनी जान अदा करनी होंदी है उस दे लई इसका प्रयोग किया जाता सी कुतुब मीनार का। आराम शाह। आराम शाह जिहड़ा 2 नंबर पर आया। कुतुबुद्दीन की मौत तो बाद उसका पुत्र आराम शाह शासक बनया। ऐबक की मौत हुई सी चौगान पोलो खेडते हुए घोड़े तो डिग गया तो मर गया। लाहौर में इसकी मौत हुई तो इसका मकबरा भी है जिहड़ा लाहौर दे विच है। ऐबक ने ना तो सिक्के चलाए तो ना ही खुतबा पढ़ाया। 2.5 दिन का झोपड़ा अजमेर दे विच जो बनया ये कुतुबुद्दीन ऐबक ने बनवाया। कुतुबुद्दीन ऐबक तो बाद फिर आउंदा आराम शाह। आराम शाह निकम्मा ही निकले, आप याद किया, तो इल्तुतमिश ने उसनूं कैद करके उसका कतल कर दिता। तो 1210 दे विच ही आपां कीता कि ऐबक की मौत हुई तो 1210 दे विच ही आ जाता इल्तुतमिश, क्योंकि आराम शाह का समा 7-8 साल ही 7-8 महीने ही उसने शासन किया जिहड़ा, इस करके 1210 विच उसकी मौत होंदी है
ਤੇ 1210 ਦੇ ਵਿੱਚ ਹੀ ਫਿਰ ਇਲਤੁਤਮਿਸ਼ ਦਾ ਜਿਹੜਾ ਸ਼ਾਸਕ ਬਣ ਜਾਂਦਾ। ਅੱਗੇ ਹੈ ਬਦਾਜੂ ਦਾ ਸੂਬੇਦਾਰ ਸੀ। ਐਬਕ ਨੇ ਇਸ ਨੂੰ ਬਦਾਜੂ ਦਾ ਸੂਬੇਦਾਰ ਬਣਾਇਆ ਸੀ। ਇਲਬਰੀ ਤੁਰਕ ਸੀ ਇਹ ਵਾਲਾ, ਜੋ ਇਲਤੁਤਮਿਸ਼ ਆ ਇਹ ਇਲਬਰੀ ਤੁਰਕ ਸੀ ਇਲਤੁਤਮਿਸ਼। ਰਾਜਧਾਨੀ ਜੋ ਪ੍ਰਸ਼ਨ ਜ਼ਿਆਦਾਤਰ ਪੁੱਛਿਆ ਜਾਂਦਾ, ਇਲਤੁਤਮਿਸ਼ ਨੇ ਹੀ ਲਾਹੌਰ ਦੀ ਬਜਾਏ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਰਾਜਧਾਨੀ ਪੁੱਛੀ ਜਾਂਦੀ ਹੈ ਕੁਤਬਦੀਨ ਐਬਕ ਦੀ, ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਤੇ ਪਰ ਇਲਤੁਤਮਿਸ਼ ਨੇ ਇਸ ਨੂੰ ਦਿੱਲੀ ਬਣਾ ਲਿਆ ਸੀ। ਇਹ ਵੈਰੀ IMP ਪ੍ਰਸ਼ਨ ਹੈ। ਤੁਰਕ ਇਹ ਚਹਿਲਗਾਨੀ ਬਣਾਈ ਸੀ, 40 ਅਮੀਰ ਨਿਯੁਕਤ ਕੀਤੇ ਸੀ, ਉਹਨਾਂ ਨੂੰ ਕਿਹਾ ਜਾਂਦਾ ਤੁਰਕ ਇਹ ਚਹਿਲਗਾਨੀ। ਬਗਦਾਦ ਦਾ ਜਿਹੜਾ ਖਲੀਫਾ ਸੀ ਉਸ ਸਮੇਂ, ਉਸਨੇ ਇਸ ਨੂੰ ਸੁਲਤਾਨ ਦੀ ਪਦਵੀ ਦਿੱਤੀ ਸੀ ਇਲਤੁਤਮਿਸ਼ ਨੂੰ। ਮਹਾਕਾਲ ਦਾ ਮੰਦਿਰ ਲੁੱਟਿਆ ਗਿਆ ਇਲਤੁਤਮਿਸ਼ ਦੇ ਦੁਆਰਾ ਤੇ ਦਿੱਲੀ ਦੇ ਵਿੱਚ ਮਦਰਸੇ ਦਾ ਫਿਰ ਨਿਰਮਾਣ ਕਰਵਾਇਆ ਇਲਤੁਤਮਿਸ਼ ਨੇ। ਬਸ ਦੋ ਚੀਜ਼ਾਂ ਜ਼ਿਆਦਾ ਧਿਆਨ ਵਿੱਚ ਰੱਖਣਾ, ਰਾਜਧਾਨੀ ਜਿਹੜੀ ਇਸਨੇ ਲਾਹੌਰ ਤੋਂ ਦਿੱਲੀ ਬਣਾਈ ਤੇ ਤੁਰਕੇ ਚਹਿਲਗਾਨੀ। ਅੱਗੇ ਹੈ ਆਪਣਾ ਪ੍ਰਸ਼ਨ ਇਕਤਾ ਵਿਵਸਥਾ। ਇਕਤਾ ਵਿਵਸਥਾ ਦੀ ਸ਼ੁਰੂਆਤ ਕਿਸਨੇ ਕੀਤੀ? ਇਲਤੁਤਮਿਸ਼ ਨੇ ਕੀਤੀ ਹੈ। ਇਕਤਾ ਜਿਹੜੀ ਪ੍ਰਣਾਲੀ ਚੱਲਦੀ ਹੈ, ਤਾਂਬੇ ਦਾ ਜੀਤਲ ਚਲਾਇਆ ਤੇ ਚਾਂਦੀ ਦਾ ਟੰਕਾ ਚਲਾਇਆ, ਇਹ ਸਿੱਕੇ ਚਲਾਏ ਇਲਤੁਤਮਿਸ਼ ਨੇ। ਅੱਗੇ ਆ ਜਾਂਦੀ ਹੈ ਰਜੀਆ ਸੁਲਤਾਨ। ਰਜੀਆ ਸੁਲਤਾਨ ਦਾ ਜਿਹੜਾ ਸ਼ਾਸਨ ਰਿਹਾ 1236 ਤੋਂ 40 ਤੱਕ ਰਿਹਾ। ਇਲਤੁਤਮਿਸ਼ ਦਾ ਜਿਹੜਾ ਪੁੱਤਰ ਸੀ ਰੁਕਨੂਦੀਨ ਫਿਰੋਜ਼। ਰੁਕਨੂਦੀਨ ਫਿਰੋਜ਼ ਇਲਤੁਤਮਿਸ਼ ਦਾ ਪੁੱਤਰ ਕੋਈ ਬਹੁਤਾ ਕਾਮਯਾਬ ਨਹੀਂ ਸੀ, ਅਯੋਗ ਸ਼ਾਸਕ ਸੀ, ਤਾਂ ਇਸ ਕਰਕੇ ਫਿਰ ਜਿਹੜੀ ਰਜੀਆ ਸੁਲਤਾਨ ਹੈ ਇਸ ਨੂੰ ਬਣਾ ਦਿੱਤਾ ਜਾਂਦਾ ਦਿੱਲੀ ਦੀ ਸੁਲਤਾਨ। ਇਹ ਪਹਿਲੀ ਔਰਤ ਹੈ, ਪਹਿਲੀ ਮੁਸਲਿਮ ਵੀ ਔਰਤ ਹੈ ਜੋ ਸ਼ਾਸਕ ਬਣੀ ਹੈ। ਦਿੱਲੀ ਸਲਤਨਤ ਦੀ ਪਹਿਲੀ ਸ਼ਾਸਕ ਔਰਤ, ਠੀਕ ਹੈ, ਔਰਤ ਸ਼ਾਸਕ। ਨੋਟ ਕਰ ਲੈਣਾ ਆਖਰੀ ਵੀ ਹੈ ਦਿੱਲੀ ਸਲਤਨਤ ਦੀ, ਜੇ ਕੀਤਾ ਜਾਵੇ ਤਾਂ ਦਿੱਲੀ ਸਲਤਨਤ ਦੀ ਇਹ ਆਖਰੀ ਵੀ ਹੈ ਕਿਉਂਕਿ ਇਸ ਤੋਂ ਬਾਅਦ ਕੋਈ ਹੋਰ ਔਰਤ ਨਹੀਂ ਬਣਦੀ ਦਿੱਲੀ ਸਲਤਨਤ ਦੇ ਵਿੱਚ। ਤੇ ਇਸ ਦਾ ਜਿਹੜਾ ਆਪਾਂ ਯਾਦ ਕੀਤਾ ਕਿ ਸੈਨਾ ਕਿ ਉਸ ਸਮੇਂ ਦੇ ਜਿਹੜੇ ਅਮੀਰ ਸੀ ਕਹਿਣਾ ਨਹੀਂ ਮੰਨਦੇ ਸੀ ਕਿਉਂਕਿ ਇਹ ਇੱਕ ਔਰਤ ਸੀ ਤੇ ਉਸ ਦਾ ਕਿਹਾ ਮੰਨਣਾ ਆਪਣੀ ਆਪਣੀ ਉਹ ਹਠੀ ਸਮਝਦੇ ਸੀ। ਅੱਗੇ ਆ ਜਾਂਦਾ ਜਮਾਲੂਦੀਨ ਯਾਕੂਤ। ਜਿਹੜਾ ਇਹ ਜਮਾਲੂਦੀਨ ਯਾਕੂਤ ਹੈ ਇਸ ਦੇ ਨਾਲ ਜਿਹੜੀ ਰਜੀਆ ਸੁਲਤਾਨ ਪਿਆਰ ਕਰਦੀ ਸੀ। ਇਹ ਇੱਕ ਹਬਸੀ ਸੀ, ਹਬਸੀਆਂ ਦੇ ਨਾਲ ਸੰਬੰਧਿਤ ਸੀ, ਉਹ ਵਾਲਾ ਹਬਸੀ ਨਹੀਂ, ਬੱਬੇ ਵਾਲਾ ਇਹ, ਠੀਕ ਹੈ, ਜਮਾਲੂਦੀਨ ਯਾਕੂਤ ਦੇ ਨਾਲ। ਪਰ ਇਹ ਵਿਆਹ ਅੱਗੇ ਕਿਸੇ ਹੋਰ ਨਾਲ ਹੁੰਦਾ। ਅਮੀਰ ਤੇ ਆਖੂਰ ਤੇ ਅਸਵਸ਼ਾਲਾ ਦਾ ਪ੍ਰਧਾਨ ਬਣਾ ਦਿੱਤਾ ਉਸਨੇ। ਜਿਸ ਨੂੰ ਇਹ ਪਿਆਰ ਕਰਦੀ ਸੀ ਜਮਾਲੂਦੀਨ ਯਾਕੂਤ ਨੂੰ, ਉਸ ਦਾ ਫਿਰ ਜਿਹੜੇ ਅਮੀਰ ਇਹ ਆਖੂਰ ਤੇ ਅਸਵਸ਼ਾਲਾ ਉਸਦਾ ਇਸਨੇ ਪ੍ਰਧਾਨ ਬਣਾ ਦਿੱਤਾ ਉਸਨੂੰ। ਫਿਰ ਅੱਗੇ ਆ ਜਾਂਦਾ ਬਠਿੰਡਾ। ਬਠਿੰਡੇ ਦਾ ਸੂਬੇਦਾਰ ਸੀ ਅਲਤੂਨੀਆ। ਬਠਿੰਡੇ ਦਾ ਸੂਬੇਦਾਰ ਇਹ ਪ੍ਰਸ਼ਨ ਆਉਂਦਾ, ਬਠਿੰਡੇ ਦਾ ਸੂਬੇਦਾਰ ਸੀ ਅਲਤੂਨੀਆ। ਉਹਦੇ ਨਾਲ ਫਿਰ ਇਹਦਾ ਵਿਆਹ ਹੋ ਜਾਂਦਾ ਤੇ ਇਲਤੁਤਮਿਸ਼ ਦਾ ਜਿਹੜਾ ਪੁੱਤਰ ਹੁੰਦਾ ਬਹਿਰਾਮ ਸ਼ਾਹ। ਇਲਤੁਤਮਿਸ਼ ਦਾ ਇੱਕ ਹੋਰ ਪੁੱਤਰ ਹੁੰਦਾ, ਪਹਿਲਾਂ ਤਾਂ ਆਪਾਂ ਆਰਾਮ ਸ਼ਾਹ ਕੀਤਾ, ਇਹ ਹੈਗਾ ਬਹਿਰਾਮ ਸ਼ਾਹ। ਆਰਾਮ ਸ਼ਾਹ ਆਪਾਂ ਉਹਦੇ ਨਾਲ ਸੰਬੰਧਿਤ ਕੀਤਾ, ਕੁਤਬਦੀਨ ਐਬਕ ਦਾ ਪੁੱਤਰ ਸੀ, ਜਿਸ ਨੂੰ ਕਿਸ ਨੇ ਮਾਰਿਆ? ਇਲਤੁਤਮਿਸ਼ ਨੇ ਮਾਰਿਆ। ਇਲਤੁਤਮਿਸ਼ ਦਾ ਪੁੱਤਰ ਸੀ ਬਹਿਰਾਮ ਸ਼ਾਹ। ਇਹ ਆਰਾਮ ਸ਼ਾਹ ਤੇ ਬਹਿਰਾਮ ਸ਼ਾਹ ਵਿੱਚ ਨਾ ਉਲਝਣਾ। ਕੈਂਥਲ ਦੇ ਵਿੱਚ, ਕੈਂਥਲ ਜਿਹੜਾ ਹਰਿਆਣੇ ਦੇ ਵਿੱਚ, ਉੱਥੇ ਕੈਂਥਲ ਦੇ ਹੀ ਨੇੜੇ ਅਲਤੂਨੀਆ ਜਿਸ ਦੇ ਨਾਲ ਰਜੀਆ ਸੁਲਤਾਨ ਨੇ ਵਿਆਹ ਕਰਵਾਇਆ ਸੀ ਤੇ ਰਜੀਆ ਸੁਲਤਾਨ, ਦੋਨਾਂ ਦਾ ਹੀ ਰਜੀਆ ਤੇ ਅਲਤੂਨੀਆ ਦਾ ਕਤਲ ਕਰ ਦਿੱਤਾ ਜਾਂਦਾ ਤੇ ਜਿਹੜੀ ਸੱਤਾ ਉਹਨਾਂ ਤੋਂ ਖੋਹ ਲਈ ਜਾਂਦੀ ਹੈ। ਬਠਿੰਡਾ ਤੋਂ ਦਿੱਲੀ ਵੱਲ ਨੂੰ ਜਾ ਰਹੀ ਸੀ, ਠੀਕ ਹੈ, ਆਪਣੇ ਪਤੀ ਦੇ ਨਾਲ। ਹਰਿਆਣਾ ਕੈਂਥਲ ਦੇ ਵਿੱਚ ਉਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪਿਆਰ ਕਿਸੇ ਹੋਰ ਨਾਲ ਆਪਾਂ ਕੀਤਾ, ਉੱਪਰ ਵਿਆਹ ਅਲਤੂਨੀਆ ਨਾਲ, ਬਠਿੰਡੇ ਦਾ ਸੂਬੇਦਾਰ ਹੈ ਜੋ। ਅੱਗੇ ਦੇਖੋ ਵੀ ਆਪਣਾ ਬਲਬਨ। ਬਲਬਨ ਤੁਹਾਨੂੰ ਦੱਸਿਆ ਮੁਹੰਮਦ ਬਿਨ ਤੁਗਲਕ ਤੇ ਅਲਾਉਦੀਨ ਖਿਲਜੀ, ਇਹਨਾਂ ਨਾਲ ਸੰਬੰਧਿਤ ਪ੍ਰਸ਼ਨ ਆ ਹੀ ਜਾਂਦਾ ਹੈ। ਬਲਬਨ ਦਾ ਸਵਾਲ ਆ ਹੀ ਜਾਂਦਾ, ਇਸ ਕਰਕੇ ਧਿਆਨ ਨਾਲ ਕਰਨਾ। ਬਲਬਨ ਦਾ ਸਮਾਂ ਆਪਾਂ ਕਰਦੇ ਆ 1266 ਤੋਂ ਲੈ ਕੇ 87 ਤੱਕ ਆ ਜਿਹੜਾ ਬਲਬਨ ਦਾ ਰਾਜ ਰਿਹਾ। ਰਕਤ ਤੇ ਲੋਹ ਦੀ ਨੀਤੀ ਮੁਗਲਾਂ ਦੇ ਵਿਰੁੱਧ, ਇਹ ਤੁਹਾਡੇ ਚੰਗੀ ਤਰ੍ਹਾਂ ਯਾਦ ਹੈ। ਹੁਣ 1266 ਦੇ ਵਿੱਚ ਨਸੀਰੂਦੀਨ ਦੀ ਜਦੋਂ ਮੌਤ ਹੋਈ, ਉਸ ਦੀ ਮੌਤ ਤੋਂ ਬਾਅਦ ਬਲਬਨ ਆ ਜਿਹੜਾ ਇਹ ਸੁਲਤਾਨ ਬਣਿਆ। ਉਪਾਧੀਆਂ ਦੀ ਗੱਲ ਕਰੀਏ ਤਾਂ ਨਸੀਰੂਦੀਨ ਨੇ ਇਸ ਨੂੰ ਉਲਗ ਖਾਂ ਦੀ ਉਪਾਧੀ ਦਿੱਤੀ ਸੀ, ਉਲਗ ਖਾਂ ਦੀ ਉਪਾਧੀ।
अहुदा किस अहुदे उपर सी ये पहला? नाइब। नाइब ए ममलिकात मतलब नाइब के अहुदे उपर सीगा बलबन पहला। अगली जानकारी नूं देख लेना। इल्तुतमिश ने जो चहलगिनी तुर के आपां चहलगिनी करते हैं उसनूं समाप्त कर दिता बलबन ने। पहला सुल्तान है बलबन जिसने राज तव के सिद्धांतों की घोषणा की सी। राज के जिहड़े सिद्धांत आ उन्हां दी घोषणा करने वाला पहला शासक बलबन है। खुद नूं जिले इलाही कहा, ये ध्यान में रखना। जिले इलाही किसने कहा? खुद नूं बलबन ने कहा। बलबन ने सुल्तान नूं की कहा? नियामत ए खुदाई। नियामत ए खुदाई कहा बलबन ने सुल्तान नूं, मतलब अपने आप नूं नियामत ए खुदाई। दो चीज़ां जिहड़ियां पुछियां जांदियां सजदा ते प्योश जां प्योश भी बोलिया जाता। ये दो प्रणाली दो सिस्टम चलाए सी बलबन ने। सजदा गोडियां दे भार होके सिर झुकाउणा सुल्तान अगे, ये सजदा शुरू किया बलबन ने। प्योश पेट दे बल लेट के सुल्तान दे पैर चुमना, ये शुरू किया बलबन ने। दो प्रणालियां ये शुरू कीतियां। ये देख लो वो ये अजकल भी मिलदियां भी, ठीक है। अजकल भी तुहानूं जिहड़े मंत्री उन्होंने पैर चट्टन वाले तलवे चट्टन वाले बोलते हैं, थोड़ा जिहा नाम बदल जाता, जिमें चीज़ां सारियां ही उही आ। अगे टैक्सां दे नाम कोई होर सी, उही सारा कुछ होना, उवें टैक्स आ, उवें जिहड़ी प्रशासन ने उन्होंने अपनी मिलटरी रखी हुई आ। जे अपने वर्गा भी कोई ना कोई आवाज़ उठावेगा उन्होंने भी ठोक दिता जाता भी। कर वगैरह टैक्स वगैरह नाम बदल दिते गए उन्होंने। इस करके इतिहास नूं पूरा चंगी तरह करना, उस नज़रिए नाल भी ना करना जिस नज़रिए नाल पढ़ाया जाता, मतलब हिंदू मुसलमान वाला नज़रिया। इतिहास नूं इतिहास समझ के पढ़ना। कई बार ये चीज़ां हुंदियां, जे यही चीज़ हुण आपां कर रहे हैं कि भारत दे विच आपां शामिल करदे आ कि अफगानिस्तान तक सी, आपां ये चीज़ नूं मान सन्मान नाल करदे आ कि पाकिस्तान भी विच सी। पर जेकर हुण आपां तुर्क दा अफगानिस्तान का इतिहास चकना होवे, उन्हां दे इतिहास विच लिखिया होया कि साडे इस राजे ने भारत उपर राज किया, भारत भी साडा इन्ना चिर गुलाम रहा। वो इतिहास दे विच इस तरह पढ़ाउंदे उन्हां नूं। अगे देखो भी जो इसने बहुत ज़्यादा जरूरी प्रश्न है, ध्यान में रखना। 9 रोज़ उत्सव है। 9 रोज़ उत्सव की शुरुआत किसने की? बलबन ने की है। ये ईरानी त्यौहार है। मुगल हमले विच बलबन का पुत्र जिहड़ा शहजादा मुहम्मद सी वो मारिया गया सी। अमीर खुसरो आ जाता अगे। अमीर खुसरो के नाल संबंधित देख लवो। अमीर खुसरो का जिहड़ा समा है 1262 तो लैके 1324 तक आ, ते बलबन का समा थोड़ा जिहा घट है। 1266 तो लैके 87 में ही इसकी मौत हो जाती है, पर अमीर खुसरो अगे भी चलता, मतलब होर शासकों के भी सी, इसके दरबार में भी सी, बलबन के समय सी अमीर खुसरो। हिंदी की वरतों करने वाला पहला मुसलमान लेखक है अमीर खुसरो। इसनूं मन्निया जाता है कि हिंदी का पहला अजिहा कवि है, मतलब सूफी कवि है। हिंदी का पहला सूफी कवि अमीर खुसरो। पर पंजाबी दे विच आपां बाबा फरीद करते हैं, जो इस तो पहला उसका जन्म होया 1173 दे विच। मतलब पंजाबी विच सूफी कावा जिहड़ा पहला करते हैं आपां। चलो तो पंजाबी नाल संबंधित सारियां चीज़ां। अमीर खुसरो पंजाबी दे शब्द भी मिलते हैं अमीर खुसरो दे, ठीक है, जिहड़ा उसने रचनावां कीतियां। पर हुण आपां बाबा फरीद करते हैं, इस तो पहला शुद्ध ते ठेठ पंजाबी दे विच सूफी काव की रचना की है। अमीर खुसरो ने बाद दे विच हिंदी दे विच कीती है। अमीर खुसरो नूं हिंद का तोता कहा जाता है। तोता है हिंद अमीर खुसरो। इसनूं ध्यान में रखना, ये पूछा जाता प्रश्न। अगे देखो पूरा नाम की सी? अबुल हसन यमीन उल दीन अमीर खुसरो। अमीर खुसरो का यह पूरा नाम है अबुल हसन यमीन उद दीन अमीर खुसरो। जन्म पटियाली दे विच होया सी, काशगंज उत्तर प्रदेश के विच। अमीर खुसरो का जन्म पटियाली काशगंज उत्तर प्रदेश के विच है। बलबन के समय जिहड़े भारत आ शरणार्थी रूप में आया सी। जो अमीर खुसरो है बलबन के समय भारत के विच आया सी, छोटी जी उम्र सी इसकी, ते दिल्ली दे विच अमीर खुसरो का जिहड़ा देहांत हो जाता है। इसका जिहड़ा गुरु सी अमीर खुसरो का निजामुद्दीन औलिया सी। निजामुद्दीन औलिया अमीर खुसरो का गुरु सी, ते दिल्ली विच ही
ਜਿਹੜੀ ਇਸ ਦੇ ਗੁਰੂ ਦੀ ਸਮਾਧੀ ਆ ਨਿਜ਼ਾਮੂਦੀਨ ਔਲੀਆ ਦੀ ਆਪਾਂ ਸਮਾਧ ਕਰਦੇ ਹਾਂ, ਉਸ ਦੇ ਨਾਲ ਹੀ ਇਸ ਦੀ ਜਿਹੜੀ ਸਮਾਧ ਬਣਾ ਦਿੱਤੀ ਗਈ ਸੀ, ਕਿਉਂਕਿ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ। ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਆਪਣੇ ਗੁਰੂ ਦੀ, ਤੇ ਉਸ ਚੀਜ਼ ਨੂੰ ਦੇਖਦੇ ਹੋਏ, ਉਹਨਾਂ ਦਾ ਗੁਰੂ ਪ੍ਰਤੀ ਲਗਾਅ ਦੇਖਦੇ ਹੋਏ ਉਹਦੀ ਸਮਾਧ ਨੂੰ ਵੀ ਨਿਜ਼ਾਮੂਦੀਨ ਔਲੀਆ ਦੇ ਕੋਲ ਹੀ ਬਣਾਇਆ ਗਿਆ। 7 ਸੁਲਤਾਨਾਂ ਦਾ ਸ਼ਾਸਨ ਦੇਖਿਆ ਅਮੀਰ ਖੁਸਰੋ ਨੇ। 7 ਸੁਲਤਾਨਾਂ ਦੇ ਸਮੇਂ ਹੋਇਆ, ਇਸ ਕਰਕੇ ਉਲਝ ਨਾ ਜਾਣਾ, ਕਿਸੇ ਇੱਕ ਨਾਲ ਨਾ ਸੰਬੰਧਿਤ ਕਰ ਲੈਣਾ, ਬਾਕੀ ਵੀ ਹੋ ਸਕਦੇ ਆ, ਉੱਥੇ 4 ਆਪਸ਼ਨਾਂ ਵੀ ਹੋ ਸਕਦੀਆਂ। ਰਚਨਾਵਾਂ ਪੰਜਾਬੀ ਵਿੱਚ ਵੀ ਆਪਾਂ ਕਰਦੇ ਹਾਂ ਅਮੀਰ ਖੁਸਰੋ ਦੇ ਨਾਲ ਸੰਬੰਧਿਤ ਜਿਹੜੀ ਸ਼ਬਦਾਵਲੀ ਦੇਖਦੇ ਹਾਂ, ਠੀਕ ਹੈ, ਇਹ ਆਪਾਂ ਪੰਜਾਬੀ ਪੇਪਰ ਵਿੱਚ ਕਰਾਂਗੇ। ਬਲਬਨ ਦਾ ਦਰਬਾਰੀ ਕਵੀ ਅਮੀਰ ਖੁਸਰੋ। ਸਿਤਾਰ ਤੇ ਤਬਲੇ ਦਾ ਆਵਿਸ਼ਕਾਰ ਜਿਹੜਾ ਇਸ ਨੇ ਕੀਤਾ ਸੀ। ਸਿਤਾਰ ਤੇ ਤਬਲੇ ਵਰਗੇ ਜਿਹੜੇ ਸਾਜ਼ ਇਹ ਮੰਨਿਆ ਜਾਂਦਾ ਕਿ ਅਮੀਰ ਖੁਸਰੋ ਨੇ ਇਹ ਬਣਾਏ, ਮਤਲਬ ਮੰਨਿਆ ਜਾਂਦਾ। ਅੱਗੇ ਆਪਣਾ ਆ ਜਾਂਦਾ ਵੀ ਖਿਲਜੀ ਵੰਸ਼। ਖਿਲਜੀ ਵੰਸ਼ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜਲਾਲੂਦੀਨ ਫਿਰੋਜ਼ ਖਿਲਜੀ। ਜਲਾਲੂਦੀਨ ਖਿਲਜੀ ਵੀ ਕੀਤਾ ਜਾਂਦਾ। ਬੁਲੰਦ ਸ਼ਹਿਰ ਦਾ ਇਕਤਾਦਾਰ ਸੀ। ਇਸ ਤੋਂ ਪਹਿਲਾਂ ਹਿੰਦੂਆਂ ਦੇ ਪ੍ਰਤੀ ਉਦਾਰ ਤੇ ਸਹਿਣਸ਼ੀਲ ਇਸ ਨੂੰ ਮੰਨਿਆ ਜਾਂਦਾ। ਇਹ ਚੀਜ਼ ਨੋਟ ਕਰ ਲੈਣਾ, ਜਲਾਲੂਦੀਨ ਫਿਰੋਜ਼ ਖਿਲਜੀ ਆ ਜਿਹੜਾ ਹਿੰਦੂਆਂ ਦੇ ਪ੍ਰਤੀ ਵੀ ਸਹਿਣਸ਼ੀਲ ਸੀਗਾ। ਮੁਗਲ ਆ ਜਿਹੜੇ ਇਸ ਦੇ ਸਮੇਂ ਹੀ ਦਿੱਲੀ ਦੇ ਵਿੱਚ ਵਸੇ ਆ ਕੇ। ਜਲਾਲੂਦੀਨ ਫਿਰੋਜ਼ ਖਿਲਜੀ ਦੇ ਸਮੇਂ ਹੀ ਜਿਹੜੇ ਮੁਗਲ ਸੀ ਦਿੱਲੀ ਦੇ ਵਿੱਚ ਆ ਕੇ ਵਸੇ ਸੀ। ਇਹਨਾਂ ਨੂੰ ਨਵੇਂ ਮੁਸਲਮਾਨ ਕਿਹਾ ਜਾਂਦਾ, ਨਵੀਨ ਮੁਸਲਮਾਨ ਕਿਹਾ ਜਾਂਦਾ। ਅੱਗੇ ਹੈ ਅਲਾਉਦੀਨ ਖਿਲਜੀ ਨੇ ਕਤਲ ਕੀਤਾ ਤੇ ਖੁਦ ਸੁਲਤਾਨ ਬਣ ਗਿਆ। ਜਿਹੜਾ ਇਹ ਜਲਾਲੂਦੀਨ ਫਿਰੋਜ਼ ਖਿਲਜੀ ਹੈ ਨਾ, ਇਸ ਨੂੰ ਕਤਲ ਕਰ ਦਿੱਤਾ ਅਲਾਉਦੀਨ ਖਿਲਜੀ ਨੇ ਤੇ ਖੁਦ ਸ਼ਾਸਕ ਬਣ ਗਿਆ। ਹੁਣ ਅਲਾਉਦੀਨ ਖਿਲਜੀ ਬਾਰੇ ਚੰਗੀ ਤਰ੍ਹਾਂ ਯਾਦ ਕਰ ਲੈਣਾ। ਅਲਾਉਦੀਨ ਖਿਲਜੀ ਦਾ ਜਿਹੜਾ ਸਮਾਂ 1296 ਤੋਂ ਲੈ ਕੇ 1316 ਈਸਵੀ ਤੱਕ ਹੈ। ਪਹਿਲਾ ਸੂਬੇਦਾਰ ਸੀ ਕੜਾ ਮਾਨਕਪੁਰ ਦੇ ਵਿੱਚ। ਹੁਣ ਦੇਖੋ ਜੋ ਚੀਜ਼ ਯਾਦ ਰੱਖਣੀ ਆ, ਸਿਕੰਦਰ ਏ ਸਾਨੀ। ਸਿਕੰਦਰ ਏ ਸਾਨੀ ਮਤਲਬ ਆਪਣੇ ਆਪ ਨੂੰ ਦੂਜਾ ਜਿਹੜਾ ਸਿਕੰਦਰ ਇਸ ਨੇ ਅਖਵਾਇਆ ਸੀ, ਉਸ ਦੀ ਜਿਹੜੀ ਉਪਾਧੀ ਧਾਰੀ ਸੀ ਕਿਸ ਨੇ? ਅਲਾਉਦੀਨ ਖਿਲਜੀ ਨੇ। ਹੋਰ ਨਾ ਕਿਤੇ ਸਿਕੰਦਰ ਨਾਲ ਨਾ ਭੁਲੇਖਾ ਖਾ ਜਾਣਾ। ਸਿਕੰਦਰ ਏ ਸਾਨੀ ਮਤਲਬ ਦੂਜਾ ਸਿਕੰਦਰ, ਅਲਾਉਦੀਨ ਖਿਲਜੀ। ਹਾਜੀ ਮੌਲਾ ਦਾ ਵਿਦਰੋਹ ਹੋਇਆ ਸੀ ਇਸ ਦੇ ਸਮੇਂ। ਹਮੀਦ ਉਦ ਦੀਨ ਨੇ ਇਹ ਵਿਦਰੋਹ ਆ ਜਿਹੜਾ ਦਬਾ ਦਿੱਤਾ ਸੀ। ਹਾਜੀ ਮੁੱਲਾ ਦਾ ਵਿਦਰੋਹ ਬਸ ਯਾਦ ਰੱਖਣਾ ਕਿਸ ਦੇ ਸਮੇਂ ਹੋਇਆ? ਅਲਾਉਦੀਨ ਖਿਲਜੀ ਦੇ ਸਮੇਂ ਹੋਇਆ ਸੀ। ਅਲਾਉਦੀਨ ਖਿਲਜੀ ਨੇ ਜਿਹੜਾ ਆਪਾਂ ਕਰਦੇ ਆ ਨਾ 1/4 ਭਾਗ ਜਿਹੜਾ ਲੁੱਟ ਦਾ ਲਿਆ ਜਾਂਦਾ ਸੀ, ਉਸ ਨੂੰ ਇਸ ਨੇ ਵਧਾ ਦਿੱਤਾ ਸੀ, 3/4 ਕਰ ਦਿੱਤਾ ਸੀ। ਪਹਿਲਾਂ ਆਪਾਂ 1/5 ਕੀਤਾ, ਇਸ ਦੇ ਸਮੇਂ ਪਰ ਇਹ 1/4 ਹੋ ਗਿਆ ਸੀ। 1/4 ਆ ਜਿਹੜਾ ਉਸਦਾ ਫਿਰ ਇਸ ਨੇ 3/4 ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਤੇ ਨਾਪ ਤੋਲ ਦੀ ਇਸ ਨੇ ਵਿਵਸਥਾ ਅਲਾਉਦੀਨ ਖਿਲਜੀ ਆਪਾਂ ਪਿੱਛੇ ਹੀ ਪੜ੍ਹ ਕੇ ਆਏ, ਬਹੁਤ ਹੀ ਵਧੀਆ ਕੀਤੀ ਸੀ। ਜੋ ਵੀ ਘੱਟ ਚੀਜ਼ਾਂ ਤੋਲਦੇ ਸੀ ਬਾਜ਼ਾਰਾਂ ਦੇ ਵਿੱਚ, ਉਹਨਾਂ ਦਾ ਉਨਾ ਹੀ ਮਾਸ ਕੱਟ ਲਿਆ ਜਾਂਦਾ ਸੀ। ਸਥਾਈ ਸੈਨਾ ਦਾ ਪ੍ਰਬੰਧ ਕੀਤਾ ਇਸ ਨੇ, ਇਹ ਚੀਜ਼ ਧਿਆਨ ਵਿੱਚ ਰੱਖਣਾ। ਸਥਾਈ ਸੈਨਾ ਜਿਹੜੀ ਅਲਾਉਦੀਨ ਖਿਲਜੀ ਨੇ ਇਸ ਦਾ ਪ੍ਰਬੰਧ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਬਾਜ਼ਾਰ ਨਿਯੰਤਰਣ ਸਿਸਟਮ ਵੀ ਇਸ ਨੇ ਸ਼ੁਰੂ ਕੀਤਾ ਕਿ ਬਾਜ਼ਾਰ ਉੱਪਰ ਨਿਯੰਤਰਣ ਰੱਖਿਆ ਜਾਵੇ। ਅੱਗੇ ਦੇਖੋ ਵੀ ਅਲਾਉਦੀਨ ਖਿਲਜੀ ਦੇ ਨਾਲ ਸੰਬੰਧਿਤ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ। ਮੁੱਲ ਨਿਰਧਾਰਿਤ ਕਰਨ ਦੇ ਲਈ ਅਲਾਉਦੀਨ ਖਿਲਜੀ ਨੇ 2 ਜਿਹੜੇ ਪ੍ਰਬੰਧ ਕੀਤੇ, ਦੀਵਾਨ ਏ ਰਿਆਸਤ ਤੇ ਸ਼ਾਇਨਾ ਏ ਮੰਡੀ, ਇਹਨਾਂ ਦੀ ਨਿਯੁਕਤੀ ਕੀਤੀ ਖਿਲਜੀ ਨੇ। ਗੁਪਤਚਰ ਵੀ ਰੱਖੇ ਸੀ ਮੰਡੀ ਉੱਪਰ ਨਿਯੰਤਰਣ ਕਰਨ ਦੇ ਲਈ। ਕਿਹੜੇ ਗੁਪਤਚਰ ਸੀ? ਮੁਨਹੀਆਨ ਤੇ ਬਰੀਦ, ਇਹ ਗੁਪਤਚਰ ਰੱਖੇ, ਜੋ ਬਹੁਤ ਜ਼ਿਆਦਾ ਜ਼ਰੂਰੀ ਆ ਪ੍ਰਸ਼ਨ। ਮਕਾਨ ਦੇ ਉੱਪਰ ਵੀ ਕਰ ਲਗਾ ਦਿੱਤਾ ਅਲਾਉਦੀਨ ਖਿਲਜੀ ਨੇ ਤੇ ਚਰਾਈ ਕਰ ਵੀ ਸ਼ੁਰੂ ਕਰ ਦਿੱਤਾ ਅਲਾਉਦੀਨ ਖਿਲਜੀ ਨੇ। 2 ਕਰ ਇਹ ਜਿਹੜੇ ਸ਼ੁਰੂ ਕੀਤੇ ਆ। ਅੱਗੇ ਦੇਖੋ ਦੀਵਾਨ ਏ ਮੁਸਤਖਰਾਜ। ਦੀਵਾਨ ਏ ਮੁਸਤਖਰਾਜ, ਇਸ ਕਰ ਦੀ ਵਿਵਸਥਾ ਵੀ ਕੀਤੀ ਗਈ। ਇਸ ਤੋਂ ਬਾਅਦ ਵਾਲੇ ਇਹ ਤਿੰਨੇ ਹੀ ਪ੍ਰਸ਼ਨਾਂ ਨੂੰ ਧਿਆਨ ਵਿੱਚ ਰੱਖਣਾ। ਮੁਗਲਾਂ ਦੇ ਸਭ ਤੋਂ ਵੱਧ ਹਮਲੇ ਕਿਸ ਦੇ ਸਮੇਂ ਹੋਏ? ਅਲਾਉਦੀਨ ਖਿਲਜੀ ਦੇ ਸਮੇਂ ਹੋਏ ਆ। ਤੇ ਅਲਾਉਦੀਨ ਖਿਲਜੀ ਦਾ ਪ੍ਰਸਿੱਧ ਸੈਨਾਪਤੀ ਕੌਣ ਸੀ? ਮਲਿਕ ਕਾਫੂਰ ਸੀ। ਦੱਖਣੀ ਭਾਰਤ ਦੇ ਵਿੱਚ ਜਿਹੜੇ ਅਭਿਆਨ ਚਲਾਏ ਗਏ, ਉਹਨਾਂ ਦੀ ਕਮਾਨ ਆ ਜਿਹੜੀ ਮਲਕਾ ਕਾਫੂਰ ਨੇ ਸੰਭਾਲੀ ਸੀ। ਵੈਰੀ IMP ਪ੍ਰਸ਼ਨ, ਕੋਈ ਨਾ ਕੋਈ ਇਮਾਰਤ ਪੁੱਛੀ ਜਾਂਦੀ ਆ ਅਲਾਉਦੀਨ ਖਿਲਜੀ ਦੀ ਬਣਾਈ ਹੋਈ। ਅਲਾਈ ਦਰਵਾਜ਼ਾ ਖਿਲਜੀ ਨੇ ਬਣਾਇਆ। ਹੌਜ ਖਾਸ ਆ ਜਿਹੜਾ ਇਹ ਵੀ ਬਣਾਇਆ। ਸੀਰੀ ਦਾ ਕਿਲਾ ਜਿਹੜਾ ਇਹ ਵੀ ਬਣਾਇਆ। ਤੇ ਜਮਾਤ ਖਾਨਾ ਮਸਜਿਦ ਆ ਜੋ ਇਹ ਪੁੱਛੀ ਜਾਂਦੀ ਹੈ, ਇਹ ਅਲਾਉਦੀਨ ਖਿਲਜੀ ਨੇ ਬਣਾਈ। ਅੱਗੇ ਦੇਖੋ ਵੀ ਜਿਹੜਾ ਅਲਾਉਦੀਨ ਦੇ ਸਮੇਂ ਜਿਹੜਾ ਚਿਤੌੜ ਆ, ਚਿਤੌੜ ਦਾ ਸ਼ਾਸਕ ਸੀਗਾ ਰਤਨ ਸਿੰਘ।
ਰਤਨ ਸਿੰਘ ਦੀ ਪਤਨੀ ਸੀ ਪਦਮਨੀ। ਤੁਸੀਂ ਸ਼ਾयद ਫਿਲਮ ਦੇਖੀ ਹੀ ਹੋਣੀ। ਜਿਹੜਾ ਮੁਹੰਮਦ ਜੈਸੀ ਹੈ ਨਾ, ਮੁਹੰਮਦ ਜੈਸੀ, ਉਸਨੇ ਪਦਮਨੀ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਉਸਦੀ ਖੂਬਸੂਰਤੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਔਰਤ ਮੰਨੀ ਜਾਂਦੀ ਹੈ ਪਦਮਨੀ। ਠੀਕ ਹੈ। ਉਸਨੇ ਇੱਕ ਕਿਤਾਬ ਰਚੀ ਸੀ, ਪੂਰੀ ਦੀ ਪੂਰੀ ਉਸ ਉੱਪਰ ਹੀ ਕਿਤਾਬ ਰਚ ਦਿੱਤੀ, ਪਦਮਾਵਤ। ਕਿਸ ਦੀ ਇਹ ਰਚਨਾ? ਮੁਹੰਮਦ ਜੈਸੀ ਦੀ ਰਚਨਾ। ਰਤਨ ਸਿੰਘ ਦੀ ਪਤਨੀ ਯਾਦ ਰੱਖਣਾ ਪਦਮਨੀ ਚਿਤੌੜ ਦਾ ਸ਼ਾਸਕ ਸੀ, ਕਿਉਂਕਿ ਅਲਾਉਦੀਨ ਖਿਲਜੀ ਦਾ ਇਸ ਉੱਪਰ ਉਸਨੂੰ ਇਹ ਪਸੰਦ ਕਰਦਾ, ਦਿਲ ਆ ਜਾਂਦਾ। ਹੋਰ ਵੀ ਤੁਸੀਂ ਸੁਣਿਆ ਹੋਣਾ ਕਿ ਬਹੁਤ ਜ਼ਿਆਦਾ ਸੋਹਣੀ ਸੀ, ਸਾਹਿਬਾਂ ਨਾਲੋਂ ਵੀ ਜ਼ਿਆਦਾ ਸੋਹਣੀ ਆਪਾਂ ਕਰਦੇ ਹਾਂ ਕਿ ਸਾਹਿਬਾ ਕਿਹੜੀ ਪਦਮਨੀ, ਉਹ ਵੀ ਰੰਨਾਂ ਵਰਗੀ ਰੰਨ। ਮਤਲਬ ਸਾਹਿਬਾ ਪਿੱਛੇ ਕਿਉਂ ਤੁਰਿਆ ਫਿਰਦਾ, ਉਹ ਕਿਹੜਾ ਕੋਈ ਪਦਮਨੀ ਆ। ਠੀਕ ਹੈ, ਇਸ ਤਰ੍ਹਾਂ ਦੀ ਆਪਾਂ ਕਰਦੇ ਹਾਂ ਵੀ। ਅਲਾਉਦੀਨ ਦੀ ਮੌਤ ਤੋਂ ਬਾਅਦ ਫਿਰ ਆਉਂਦਾ ਕੁਤਬਦੀਨ ਮੁਬਾਰਕ। ਕੁਤਬਦੀਨ ਮੁਬਾਰਕ ਆ ਜਿਹੜਾ, ਇਸ ਨੇ ਕਿਹੜੀ ਉਪਾਧੀ ਧਾਰੀ? ਖਲੀਫਾ ਦੀ ਪਦਵੀ ਧਾਰੀ ਹੈ ਕੁਤਬਦੀਨ ਮੁਬਾਰਕ ਨੇ। ਉਹ ਵੀ ਆਪਾਂ ਕਰ ਰਹੇ ਹਾਂ ਤੁਗਲਕ। ਤੁਗਲਕ ਵੰਸ਼ ਆ ਜਿਹੜਾ 1320 ਤੋਂ ਲੈ ਕੇ 1414 ਈਸਵੀ ਤੱਕ ਆ ਜਿਹੜਾ ਇਸ ਦਾ ਰਾਜ ਰਹਿੰਦਾ ਤੁਗਲਕ ਵੰਸ਼ ਦਾ। ਸਭ ਤੋਂ ਪਹਿਲਾਂ ਸੀ ਗਿਆਸੂਦੀਨ ਤੁਗਲਕ, 1320 ਦੇ ਵਿੱਚ ਬਣਿਆ ਦਿੱਲੀ ਦਾ ਸੁਲਤਾਨ। ਹੋਰ ਨਾਵਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ, ਗਾਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਗਾਜੀ ਤੁਗਲਕ, ਗਾਜੀ ਬੇਗ ਤੁਗਲਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਤੇ ਜਿਹੜਾ ਅਲਾਉਦੀਨ ਖਿਲਜੀ ਆ ਉਸ ਦੇ ਸਮੇਂ ਸੀਗਾ ਇਹ, ਉਸਨੇ ਇਸ ਨੂੰ ਦੇਪਾਲਪੁਰ ਦਾ ਸੂਬੇਦਾਰ ਬਣਾਇਆ ਸੀ। ਵੈਰੀ IMP ਪ੍ਰਸ਼ਨ ਆ ਵੀ। ਪਹਿਲਾ ਸ਼ਾਸਕ ਹੈ, ਖੇਤੀ ਉਤਪਾਦਨ ਨੂੰ ਵਧਾਉਣ ਦੇ ਵੱਲ ਇਸਨੇ ਧਿਆਨ ਦਿੱਤਾ। ਗਿਆਸੂਦੀਨ ਤੁਗਲਕ ਨੇ ਖੇਤੀ ਉਤਪਾਦਨ ਨੂੰ ਵਧਾਉਣ ਦੇ ਵੱਲ। ਨਹਿਰਾਂ ਦਾ ਨਿਰਮਾਣ ਇਸਨੇ ਵੀ ਕਰਵਾਇਆ। ਠੀਕ ਹੈ, ਪਰ ਇਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਫਿਰੋਜ਼ ਸ਼ਾਹ ਕਰਦੇ ਹਾਂ। ਇਸਨੇ ਵੀ ਵੈਸੇ ਕਰਵਾਇਆ, ਠੀਕ ਵੀ ਮੰਨਿਆ ਜਾਂਦਾ, ਗਲਤ ਵੀ ਮੰਨਿਆ ਜਾਂਦਾ, ਪਰ ਇਹ ਠੀਕ ਹੈ। ਮਤਲਬ ਤੁਗਲਕ ਜਿਹੜਾ ਗਿਆਸੂਦੀਨ ਹੈ ਇਸਨੇ ਵੀ ਨਹਿਰਾਂ ਦਾ ਨਿਰਮਾਣ ਆ ਜਿਹੜਾ ਕਰਵਾਇਆ। ਅੱਗੇ ਦੇਖੋ, ਤੁਗਲਕਾਬਾਦ ਦਾ ਨਿਰਮਾਣ ਕਰਵਾਇਆ ਇਸਨੇ, ਰਾਜਧਾਨੀ ਬਣਾਈ ਆਪਣੀ। ਗਿਆਸੂਦੀਨ ਤੁਗਲਕ ਨੇ ਤੁਗਲਕਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ। ਅੱਗੇ ਆ ਜਾਂਦਾ ਚਿਸ਼ਤੀ ਸੰਪਰਦਾਇ। ਇਸ ਦੇ ਸਮੇਂ ਜੋ ਨਿਜ਼ਾਮੂਦੀਨ ਔਲੀਆ ਸੀ ਉਸ ਦੇ ਨਾਲ ਇਹਦੇ ਸੰਬੰਧ ਠੀਕ ਨਹੀਂ ਸੀਗੇ ਗਿਆਸੂਦੀਨ ਦੇ। ਨਿਜ਼ਾਮੂਦੀਨ ਔਲੀਆ ਚਿਸ਼ਤੀ ਸੰਪਰਦਾਇ ਨਾਲ ਸੰਬੰਧਿਤ ਸੀ ਬਈ। ਵੈਰੀ IMP ਪ੍ਰਸ਼ਨ ਆ ਵੀ। ਮੁਹੰਮਦ ਬਿਨ ਤੁਗਲਕ, ਇਸ ਨੂੰ ਦੇਖ ਲੈਣਾ ਵੀ। ਇਸ ਨੂੰ ਜੂਨਾ ਖਾਨ ਵੀ ਕਿਹਾ ਜਾਂਦਾ। 1325 ਤੋਂ ਲੈ ਕੇ 51 ਤੱਕ ਇਸ ਨੇ ਸ਼ਾਸਨ ਕੀਤਾ। ਪਹਿਲਾ ਸੁਲਤਾਨ ਹੈ ਜਿਸ ਨੇ ਯੋਗਤਾ ਦੇ ਆਧਾਰ ਦੇ ਉੱਪਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ। ਅੱਜ ਵੀ ਹੁਣ ਆਪਾਂ ਨੂੰ ਯੋਗਤਾ ਦੇ ਆਧਾਰ ਉੱਪਰ ਨੌਕਰੀਆਂ ਮਿਲਦੀਆਂ। ਇਸ ਦੀ ਸ਼ੁਰੂਆਤ ਕਰਨ ਵਾਲਾ ਕੌਣ ਹੈ? ਮੁਹੰਮਦ ਬਿਨ ਤੁਗਲਕ। ਰਾਜਧਾਨੀ ਇਸ ਨੇ ਦਿੱਲੀ ਤੋਂ ਬਦਲਣੀ ਸੀ ਬਈ। ਠੀਕ ਹੈ, ਤੇ ਦੌਲਤਾਬਾਦ ਇਸ ਨੇ ਆਪਣੀ ਰਾਜਧਾਨੀ ਕੀਤੀ ਸੀ, ਬਦਲਣੀ ਸੀ, ਚਲਾ ਗਿਆ ਸੀ, ਫਿਰ ਵਾਪਸ ਦੌਲਤਾਬਾਦ ਤੋਂ ਦਿੱਲੀ ਕਰ ਲਈ। ਸੰਕੇਤਕ ਮੁੰਦਰਾ ਜੋ ਅੱਜ ਕੱਲ੍ਹ ਆਪਾਂ ਕਰਦੇ ਹਾਂ, ਸਾਡੇ ਕਾਗਜ਼ ਦੇ ਨੋਟ ਆ ਜਿਹੜੇ, ਸਿੱਕੇ ਚੱਲਦੇ ਆ। ਠੀਕ ਆ, ਉਨੀ ਕੀਮਤ ਦੇ ਸਿੱਕੇ ਨਹੀਂ ਗੇ ਉਹ। ਮਤਲਬ 1 ਰੁਪਈਆ ਦੀ ਕੀਮਤ ਉਹਦੇ ਵਿੱਚੋਂ ਨਿਕਲਦੀ ਨਹੀਂ। ਕਾਗਜ਼ 500 ਦਾ, 500 ਦੀ ਉਹ ਇਹ ਸੰਕੇਤਕ ਮੁੰਦਰਾ ਇਹੀ ਇਸ ਨੇ ਸ਼ੁਰੂ ਕੀਤੀ ਸੀ ਕਿ ਵੀ ਇੰਨੀ ਚਾਂਦੀ ਦੇ ਕਿਉਂ ਬਣਾਉਣੇ ਆ। ਉਦੋਂ ਇਹ ਚੀਜ਼ਾਂ ਜਿਹੜੀਆਂ ਫਿਰ ਉਦੋਂ ਕਾਮਯਾਬ ਨਹੀਂ ਹੋਈਆਂ। ਇਸ ਤੋਂ ਬਿਨਾਂ ਆਪਾਂ ਕਰਦੇ ਹਾਂ ਕਿ ਖੁਰਾਸਨ ਤੇ ਕਰਾਚਲ ਅਭਿਆਨ ਯਾਦ ਰੱਖਣਾ। ਖੁਰਾਸਨ ਤੁਹਾਡੇ ਯਾਦ ਹੈ, ਕਰਾਚਲ ਅਭਿਆਨ ਵੀ ਨਾਲ ਪੁੱਛਿਆ ਜਾਂਦਾ। ਇਹ ਇਸ ਨੇ ਬਣਾਏ ਸੀ ਵੀ। ਅੱਗੇ ਆਪਾਂ ਕਰਦੇ ਹਾਂ ਦੁਆਬ ਕਰ ਦੇ ਵਿੱਚ ਇਸ ਨੇ ਵਾਧਾ ਕਰ ਦਿੱਤਾ ਸੀ ਜਦੋਂ ਉੱਥੇ ਕਾਲ ਪਿਆ ਹੋਇਆ ਸੀਗਾ ਵੀ, ਤੇ ਉਦੋਂ ਵੀ ਫਿਰ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਨੇ ਦੁਖੀ ਕੀਤਾ। ਅਸਫਲਤਾ ਹੀ ਮਿਲੀ ਹੈ ਇਸ ਨੂੰ। ਪਰ ਦੇਖੋ ਵੀ ਇਸ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ, ਪਰ ਇਹਦੇ ਜਿਹੜੀਆਂ ਚੀਜ਼ਾਂ ਪੜ੍ਹਿਆ ਲਿਖਿਆ ਹੋਣ ਕਰਕੇ ਬਹੁਤ ਅੱਗੇ ਤੱਕ ਸੋਚਦਾ ਸੀ ਵੀ। ਉਸ ਸਮੇਂ ਵਿੱਚ ਨਹੀਂ ਫਿੱਟ ਬੈਠੀਆਂ ਚੀਜ਼ਾਂ। ਅੱਗੇ ਆ ਜਾਂਦਾ ਬਰਨੀ। ਮੁਹੰਮਦ ਤੁਗਲਕ ਦੇ ਸਮੇਂ ਆਇਆ ਬਰਨੀ। 17 ਸਾਲ ਇਸ ਦੇ ਦਰਬਾਰ ਵਿੱਚ ਰਿਹਾ। ਇਹ ਪ੍ਰਸ਼ਨ ਧਿਆਨ ਵਿੱਚ ਰੱਖਣਾ, ਬਰਨੀ ਵਾਲਾ। ਖੇਤੀ ਵਿਕਾਸ ਦੇ ਲਈ ਦੀਵਾਨ ਇਹ ਕੋਹੀ ਵਿਭਾਗ ਆਪਾਂ ਯਾਦ ਕੀਤਾ ਸੀ, ਇਹ ਮੁਹੰਮਦ ਬਿਨ ਤੁਗਲਕ ਨੇ ਸ਼ੁਰੂ ਕੀਤਾ। ਇਬਨ ਬਤੂਤਾ ਤੇ ਮੋਰੱਕੋ ਯਾਤਰੀ 1333 ਵਿੱਚ ਆਏ ਆ। ਠੀਕ ਹੈ, ਇਸ ਦੇ ਸਮੇਂ ਇਬਨ ਬਤੂਤਾ ਬਰਨੀ ਯਾਦ ਕੀਤਾ, ਇਬਨ ਬਤੂਤਾ ਯਾਦ ਕੀਤਾ, ਮੋਰੱਕੋ ਯਾਤਰੀ ਕੀਤਾ। ਮੁਹੰਮਦ ਬਿਨ ਤੁਗਲਕ ਨੇ 1342 ਦੇ ਵਿੱਚ ਦੂਤ ਬਣਾ ਕੇ ਚੀਨ ਭੇਜਿਆ ਇਬਨ ਬਤੂਤਾ ਨੂੰ। ਇਬਨ ਬਤੂਤਾ ਇਹਦੇ ਕੋਲ ਆਇਆ ਸੀ ਤੇ ਇਸ ਨੇ ਹੀ ਇਸ ਨੂੰ ਦੂਤ ਬਣਾ ਕੇ ਅੱਗੇ ਚੀਨ ਦੇ ਸ਼ਾਸਕ ਕੋਲ ਭੇਜਿਆ ਸੀ। ਕਿੱਥੇ? ਚੀਨ। ਕਿਉਂਕਿ ਚੀਨ ਦੇ ਸ਼ਾਸਕ ਨੇ 1941 ਦੇ ਵਿੱਚ ਤੋਗ ਤੈਮੂਰ, ਜਿਹੜਾ ਤੋਗ ਤੈਮੂਰ ਆ, ਉਸ ਨੂੰ ਇਸ ਦੇ ਦਰਬਾਰ ਵਿੱਚ ਭੇਜਿਆ ਸੀਗਾ
ਤੇ 1 ਸਾਲ ਬਾਅਦ 41 ਦੇ ਵਿੱਚ ਤੋਗ ਤਮੂਰ ਨੂੰ ਭੇਜਿਆ ਚੀਨ ਦੇ ਸ਼ਾਸਕ ਨੇ, ਤੇ 1 ਸਾਲ ਬਾਅਦ 42 ਦੇ ਵਿੱਚ ਇਸਨੇ ਇਬਨ ਬਤੂਤਾ ਨੂੰ ਭੇਜ ਦਿੱਤਾ। 1351 ਦੇ ਵਿੱਚ ਮੌਤ ਹੋ ਜਾਂਦੀ ਹੈ ਤੁਗਲਕ ਦੀ, ਠੀਕ ਹੈ। ਚੱਠਾ ਸਿੰਧ ਦੇ ਕੋਲ ਚੱਠਾ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੀ ਮੌਤ ਹੋਈ। ਅੱਗੇ ਆਪਾਂ ਦੇਖਦੇ ਹਾਂ ਹਰੀਹਰ ਤੇ ਬੁੱਕਾ, ਦੋ ਸੀਗੇ ਇਹ, ਠੀਕ ਹੈ। ਹਰੀਹਰ ਤੇ ਬੁੱਕਾ ਦੋ ਭਰਾ ਸੀ ਜਿਨ੍ਹਾਂ ਨੇ ਮੁਹੰਮਦ ਬਿਨ ਤੁਗਲਕ ਦੇ ਸਮੇਂ ਵਿਜੇਨਗਰ ਸੁਤੰਤਰ ਸ਼ਾਸਨ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਪ੍ਰਸ਼ਨ ਨੂੰ ਭੁੱਲ ਨਾ ਜਾਣਾ। ਮੁਹੰਮਦ ਬਿਨ ਤੁਗਲਕ ਦੇ ਸਮੇਂ ਹਰੀਹਰ ਤੇ ਬੁੱਕਾ ਦੋ ਭਰਾ ਸੀ, ਇਹਨਾਂ ਨੇ ਵਿਜੇਨਗਰ ਸੁਤੰਤਰ ਜਿਹੜਾ ਰਾਜ ਬਣਾ ਲਿਆ ਸੀ। ਇਸ ਤੋਂ ਬਿਨਾਂ ਬਹਿਮਨ ਸ਼ਾਹ ਵੀ ਹੈ, ਠੀਕ ਹੈ। ਇਸ ਦੇ ਸਮੇਂ ਬਹਿਮਨ ਸ਼ਾਹ, ਉਸਨੇ ਬਹਿਮਨੀ ਸਾਮਰਾਜ ਦੀ ਸ਼ੁਰੂਆਤ ਕੀਤੀ, ਉਸਨੇ ਵੀ ਆਪਣੇ ਆਪ ਨੂੰ ਸੁਤੰਤਰ ਰਾਜ ਬਣਾ ਲਿਆ ਸੀ, ਉਸਨੇ ਵੀ ਆਪਣਾ। ਅੱਗੇ ਹੈ ਵੈਰੀ IMP ਪ੍ਰਸ਼ਨ, ਪਹਿਲੀ ਵਾਰ ਸੰਕੇਤਕ ਮੁੰਦਰਾ ਜਿਹੜੀ ਸ਼ੁਰੂ ਕੀਤੀ ਤੁਗਲਕ ਨੇ, ਮੁਹੰਮਦ ਬਿਨ ਤੁਗਲਕ ਨੇ। ਜੋ ਆਧੁਨਿਕ ਸਿੱਕੇ ਜਿਹੜੀ ਨੋਟ ਆ ਇਸ ਦੀ ਆਪਾਂ ਉਦਾਹਰਨ ਮੰਨਦੇ ਹਾਂ। ਇਸ ਤਰ੍ਹਾਂ ਵੀ ਪ੍ਰਸ਼ਨ ਆ ਸਕਦਾ ਨਾ, ਜਿਹੜੀ ਆਧੁਨਿਕ ਜਿਹੜੀ ਸਾਡੀ ਮੁਦਰਾ ਚੱਲਦੀ ਆ ਇਸ ਦੀ ਸਭ ਤੋਂ ਪਹਿਲੀ ਵਾਰ ਵਰਤੋਂ ਕਿਸ ਨੇ ਕੀਤੀ? ਮੁਹੰਮਦ ਬਿਨ ਤੁਗਲਕ ਨੇ। 1351 ਤੋਂ ਬਾਅਦ ਫਿਰ ਅੱਗੇ ਆ ਜਾਂਦਾ ਫਿਰੋਜ਼ ਤੁਗਲਕ। ਚੰਗੀ ਤਰ੍ਹਾਂ ਯਾਦ ਕਰਨਾ ਫਿਰੋਜ਼ ਤੁਗਲਕ ਨੂੰ। ਇਸਲਾਮ ਕਾਨੂੰਨਾਂ ਦੇ 4 ਕਰ ਸ਼ੁਰੂ ਕੀਤੇ ਇਸਨੇ। ਇਸਲਾਮ ਕਾਨੂੰਨਾਂ ਦੇ ਅਨੁਸਾਰ ਹੀ ਕਰ ਲਗਾਏ ਇਸਨੇ। ਪਹਿਲਾਂ ਲਗਾਇਆ ਖਰਾਜ, ਫਿਰ ਖਮਸ, ਫਿਰ ਜਜ਼ੀਆ ਤੇ ਜ਼ਕਾਤ। ਇਹੀ ਕਰ ਆਪਾਂ ਯਾਦ ਕੀਤੇ ਜਿਹੜੇ 4 ਕਰ ਦਿੱਲੀ ਸਲਤਨਤ ਦੇ ਸਮੇਂ ਲਗਾਏ ਜਾਂਦੇ ਸੀ। ਜਜ਼ੀਆ ਪਹਿਲਾਂ ਬ੍ਰਾਹਮਣਾਂ ਤੇ ਨਹੀਂ ਲੱਗਦਾ ਸੀ, ਫਿਰੋਜ਼ ਸ਼ਾਹ ਨੇ ਇਹ ਸ਼ੁਰੂ ਕਰ ਦਿੱਤਾ, ਬ੍ਰਾਹਮਣਾਂ ਉੱਪਰ ਵੀ ਲਗਾਉਣਾ। ਇਸ ਤੋਂ ਬਾਅਦ ਆ ਜਾਂਦਾ ਫਿਰੋਜ਼ ਤੁਗਲਕ। ਫਿਰੋਜ਼ ਤੁਗਲਕ ਨੇ ਦੀਵਾਨ ਖੈਰਾਤ ਗਰੀਬਾਂ ਦੇ ਲਈ, ਮਤਲਬ ਦਾਨ ਵੀ ਇਕੱਠਾ ਜੇ ਕੋਈ ਦੇਣਾ ਚਾਹੁੰਦਾ ਸੀ ਗਰੀਬਾਂ ਦੇ ਲਈ, ਤੇ ਦੀਵਾਨ ਖੈਰਾਤ ਆ ਜਿਹੜੀ ਇਸਨੇ ਸ਼ੁਰੂ ਕੀਤੀ ਸੀ ਫਿਰੋਜ਼ ਤੁਗਲਕ ਨੇ। ਫਿਰੋਜ਼ ਸ਼ਾਹ ਰੋਜ਼ਗਾਰ ਵਿਭਾਗ ਵੀ ਬਣਾਇਆ ਸੀ ਨੌਕਰੀਆਂ ਦੇਣ ਦੇ ਲਈ ਫਿਰੋਜ਼ ਸ਼ਾਹ ਨੇ। ਪਹਿਲਾ ਸ਼ਾਹੀ ਨਹਿਰਾਂ ਦੇ ਨਾਲ ਸਿੰਚਾਈ ਕਰਨ ਤੇ ਜਿਹੜਾ ਕਰ ਲਗਾਇਆ ਜਾਂਦਾ ਸੀ 1/10 ਭਾਗ ਲਿਆ ਜਾਂਦਾ ਸੀ, ਜਿਹੜਾ ਨਹਿਰਾਂ ਦੇ ਨਾਲ ਸਿੰਚਾਈ ਕੀਤੀ ਜਾਂਦੀ ਸੀ, ਫਿਰੋਜ਼ ਸ਼ਾਹ ਤੁਗਲਕ ਨੇ ਇਹ ਕੀਤਾ ਸੀ ਬਈ। ਅੱਗੇ ਦੇਖੋ ਬੰਦ ਕੀ ਚੀਜ਼ ਕੀਤੀ, ਸੈਨਾ ਨੂੰ ਨਗਦ ਤਨਖਾਹ ਦੇਣੀ ਇਸਨੇ ਬੰਦ ਕਰ ਦਿੱਤੀ ਤੇ ਉਹਨਾਂ ਨੂੰ ਜੰਗੀਰਾਂ ਦੇ ਦਿੱਤੀਆਂ ਸੀ। ਫਿਰੋਜ਼ ਸ਼ਾਹ ਤੁਗਲਕ ਨੇ ਸੈਨਾ ਨੂੰ ਤਨਖਾਹ ਦੇਣੀ ਬੰਦ ਕਰਕੇ ਜੰਗੀਰਾਂ ਦੇ ਦਿੱਤੀਆਂ। ਹੋਰ ਕੀ ਚੀਜ਼ ਇਸਨੇ ਬੰਦ ਕੀਤੀ? ਦਾਗ ਤੇ ਚਿਹਰੇ ਦੀ ਪ੍ਰਥਾ ਇਸਨੇ ਬੰਦ ਕਰ ਦਿੱਤੀ ਸੀ, ਕਿਉਂਕਿ ਜਿਹੜੀ ਇਹ ਸੈਨਾ ਸੀ ਇਸਨੇ ਸੈਨਾ ਨੂੰ ਵੰਸ਼ ਤੇ ਆਧਾਰਿਤ ਕਰ ਦਿੱਤਾ ਸੀ ਵੀ ਅੱਗੇ ਦੀ ਅੱਗੇ ਉਹਨਾਂ ਦੀ ਜਿਹੜੀ ਪੀੜ੍ਹੀ ਆ ਸੈਨਾ ਦੇ ਵਿੱਚ ਕੰਮ ਕਰੇਗੀ। ਦਾਗ ਤੇ ਚਿਹਰੇ ਦੀ ਪ੍ਰਥਾ ਬੰਦ ਕਰ ਦਿੱਤੀ ਫਿਰੋਜ਼ ਸ਼ਾਹ ਨੇ। ਅੱਗੇ ਦੇਖੋ ਬਾਗ ਵੀ ਲਵਾਏ ਇਸਨੇ ਦਿੱਲੀ ਦੇ ਆਸੇ-ਪਾਸੇ 1200 ਦੇ ਲਗਭਗ ਇਸਨੇ ਬਾਗ ਲਗਵਾਏ ਸੀ, ਤੇ ਜਿਹੜੇ ਦਾਸ ਹੁੰਦੇ ਸੀ ਇਹਨਾਂ ਦੇ ਰੱਖੇ ਹੋਏ ਉਦੋਂ ਉਹ ਇਹਨਾਂ ਦੀ ਦੇਖਭਾਲ ਕਰਦੇ ਸੀ। ਦਾਸਾਂ ਦੇ ਲਈ ਇਸਨੇ ਬਣਾਇਆ ਸੀ ਦੀਵਾਨ-ਏ-ਬੰਦਗਾਨ। ਦੀਵਾਨ-ਏ-ਬੰਦਗਾਨ ਦਾਸਾਂ ਦੇ ਲਈ ਫਿਰੋਜ਼ ਸ਼ਾਹ ਤੁਗਲਕ ਨੇ ਬਣਾਏ। ਸਿੱਕੇ ਵੀ ਚਲਾਏ। ਸਿੱਕੇ ਕਿਹੜੇ ਚਲਾਏ? ਫਿਰ ਅੱਧਾ ਚਲਾਇਆ, ਬਿੱਖ ਚਲਾਇਆ ਤੇ ਸ਼ੁਸ਼ਗਨੀ ਚਲਾਇਆ। ਸ਼ਸ਼ਗਨੀ, ਠੀਕ ਹੈ ਵੀ। ਫਿਰੋਜ਼ ਸ਼ਾਹ ਨੇ ਅੱਧਾ, ਬਿੱਖ ਤੇ ਸ਼ਸ਼ਗਨੀ ਜਿਹੜੇ ਸਿੱਕੇ ਚਲਾਏ ਆ। ਸਥਾਨ ਕਿਹੜੇ ਬਣਾਇਆ? ਫਿਰੋਜ਼ਾਬਾਦ, ਫਤਿਹਬਾਦ, ਹਿਸ਼ਾਰ ਫਿਰੋਜ਼ਾ ਤੇ ਫਿਰੋਜ਼ਪੁਰ। ਫਿਰੋਜ਼ਪੁਰ ਧਿਆਨ ਵਿੱਚ ਰੱਖਣਾ ਫਿਰੋਜ਼ ਸ਼ਾਹ ਤੁਗਲਕ ਨੇ ਬਣਾਇਆ। ਜੌਨਪੁਰ ਨਗਰ ਵੀ ਇਸਨੇ ਹੀ ਵਸਾਇਆ। ਤੋਂ ਬਿਨਾਂ ਫਿਰੋਜ਼ ਸ਼ਾਹ ਤੁਗਲਕ ਨੇ ਜਿਹੜੀਆਂ ਉਸ ਸਮੇਂ ਦੀਆਂ ਇਮਾਰਤਾਂ ਪੁਰਾਣੀਆਂ ਹੋ ਚੁੱਕੀਆਂ ਸੀ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ। ਜਾਮਾ ਮਸਜਿਦ, ਕੁਤਬ ਮੀਨਾਰ, ਸ਼ਮਸੀ ਤਲਾਬ ਸੀ ਜਿਹੜਾ ਜਹਾਂਪਨਾਹ ਸੀ, ਨਿਜ਼ਾਮੂਦੀਨ ਔਲੀਆ ਦੀ ਸਮਾਧੀ ਸੀ, ਉਹਨਾਂ ਦੀ ਸਾਂਭ ਸੰਭਾਲ ਵੀ ਇਸਨੇ ਕੀਤੀ। ਇਮਾਰਤਾਂ ਮਤਲਬ ਸੰਰਕਸ਼ਣ ਉਹਨਾਂ ਦਾ ਕੀਤਾ। ਤਰੀਕ-ਏ-ਫਿਰੋਜ਼ ਸ਼ਾਹੀ ਬਰਨੀ ਦੀ ਰਚਨਾ ਹੈ, ਬਰਨੀ ਨੇ ਲਿਖੀ ਸੀ ਤਰੀਕ-ਏ-ਫਿਰੋਜ਼ ਸ਼ਾਹੀ। ਫਤਵਾ-ਏ-ਜਹਾਂਦਰੀ ਇਹ ਵੀ ਬਰਨੀ ਦੀ ਰਚਨਾ। ਬਰਨੀ ਦੀਆਂ 2 ਰਚਨਾਵਾਂ, ਤਰੀਕ-ਏ-ਫਿਰੋਜ਼ ਸ਼ਾਹੀ, ਫਤਵਾ-ਏ-ਜਹਾਂਦਰੀ। ਬਰਨੀ ਤੇ ਅਫੀਫ ਫਿਰੋਜ਼ ਸ਼ਾਹ ਦੇ ਦਰਬਾਰ ਵਿੱਚ ਸੀ। ਜਿਹੜਾ ਬਰਨੀ ਸੀ ਇਹ ਫਿਰੋਜ਼ ਸ਼ਾਹ ਦੇ ਦਰਬਾਰ ਦੇ ਵਿੱਚ ਸੀ। ਇਬਨ ਬਤੂਤਾ ਆਪਾਂ ਕੀਤਾ ਮੁਹੰਮਦ ਬਿਨ ਤੁਗਲਕ। ਅਸ਼ੋਕ ਸਤੰਭ ਦੇਖ ਲਵੋ, ਇਹ ਪ੍ਰਸ਼ਨ ਆ ਜਾਂਦਾ ਪੇਪਰ ਵਿੱਚ। ਮੇਠ ਤੇ ਟੋਪਰਾ ਤੋਂ ਜਿਹੜੇ ਅਸ਼ੋਕ ਸਤੰਭ ਸੀਗੇ ਉਹਨਾਂ ਨੂੰ ਚੱਕ ਕੇ ਦਿੱਲੀ ਸਥਾਪਿਤ ਕਰਵਾ ਦਿੱਤਾ। ਆਪਣੀ ਇਸਨੇ ਸਵੈ ਜੀਵਨੀ ਵੀ ਲਿਖੀ ਆ ਫਤੂਹਾਤ-ਏ-ਫਿਰੋਜ਼ ਸ਼ਾਹੀ।
फतूहात ए फिरोज शाही आप ही लिखी है, इसलिए ही स्वै जीवनी है। 1388 ਵਿੱਚ ਇਸ ਦੀ ਮੌਤ ਹੋ ਗਈ। ਤੈਮੂਰ ਨੇ ਹਮਲਾ ਕੀਤਾ ਸੀ ਵੀ, ਇਸ ਤੋਂ ਬਾਅਦ ਦੇਖੋ ਇਸ ਦੀ ਮੌਤ ਤਾਂ ਹੋ ਜਾਂਦੀ ਹੈ 1388 ਦੇ ਵਿੱਚ। ਤੈਮੂਰ ਦਾ ਹਮਲਾ ਅੱਗੇ ਹੋਇਆ 10 ਸਾਲ ਬਾਅਦ 1398 ਦੇ ਵਿੱਚ, ਮਤਲਬ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਨਹੀਂ ਕੀਤਾ, ਉਸ ਤੋਂ ਬਾਅਦ ਕੀਤਾ। ਤੈਮੂਰ ਦਾ ਜਿਹੜਾ ਹਮਲਾ ਹੋਇਆ ਸੀ ਇਸ ਨਾਲ ਸੰਬੰਧਿਤ ਦੇਖ ਲਵੋ। ਇਸ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ? ਨਸੀਰੁਦੀਨ ਮਹਿਮੂਦ ਤੁਗਲਕ ਸੀ। ਨਸੀਰੁਦੀਨ ਮਹਿਮੂਦ ਤੁਗਲਕ ਸੀ ਜਦੋਂ ਤੈਮੂਰ ਜੰਗ ਨੇ ਹਮਲਾ ਕੀਤਾ। ਵੈਰੀ IMP ਪ੍ਰਸ਼ਨ। ਖਿਜਰ ਖਾਨ ਨੂੰ ਦੇਖੋ, ਉਹ ਜਦੋਂ ਹਮਲਾ ਕਰ ਗਿਆ, ਇਸ ਤੋਂ ਜਾਂਦੇ ਹੋਏ ਜਿਹੜਾ ਖਿਜਰ ਖਾਨ ਸੀਗਾ, ਖਿਜਰ ਖਾਨ ਨੂੰ ਮੁਲਤਾਨ, ਲਾਹੌਰ ਤੇ ਦੀਪਾਲਪੁਰ ਦਾ ਸ਼ਾਸਕ ਬਣਾ ਗਿਆ ਸੀ। ਜਾਣ ਲੱਗਿਆ ਤੈਮੂਰ ਨੇ ਹਮਲਾ ਕੀਤਾ। ਤੈਮੂਰ ਜੰਗ ਨੇ ਨਸੀਰੁਦੀਨ ਮੁਹੰਮਦ ਤੁਗਲਕ ਸੀ, ਇਹਨਾਂ ਨੂੰ ਹਰਾ ਹਰੂ ਕੇ ਸਾਰਿਆਂ ਨੂੰ ਠੀਕ ਆ ਚਲਾ ਗਿਆ। ਤੇ ਖਿਜਰ ਖਾਨ ਸੀ ਜਿਹੜਾ ਉਸ ਸਮੇਂ ਉਸ ਨੂੰ ਬਣਾ ਗਿਆ ਮੁਲਤਾਨ, ਲਾਹੌਰ ਤੇ ਦੀਪਾਲਪੁਰ ਦਾ ਸ਼ਾਸਕ ਬਣਾ ਗਿਆ। ਦਿੱਲੀ ਵਿੱਚ ਉਸਨੇ 15 ਦਿਨ ਲੁੱਟਮਾਰ ਕੀਤੀ ਲਗਭਗ। ਤੇ ਜਿਹੜਾ ਇਹ ਖਿਜਰ ਖਾਨ ਸੀਗਾ ਫਿਰ ਇਹੀ ਅੱਗੇ ਜਾ ਕੇ ਸੈਯਦ ਵੰਸ਼ ਦੀ ਆ ਜਿਹੜੀ ਸਥਾਪਨਾ ਕਰ ਦਿੰਦਾ। ਅੱਗੇ ਦੇਖੋ ਵੀ ਫਿਰ ਸੈਯਦ ਵੰਸ਼ ਜਿਹੜਾ 1414 ਤੋਂ 51 ਤੱਕ ਰਿਹਾ। ਖਿਜਰ ਖਾਨ ਆ ਜਿਹੜਾ, ਖਿਜਰ ਖਾਨ ਜਿਸ ਨੂੰ ਤੈਮੂਰ ਜੰਗ ਜਿਹੜਾ ਆਪਣਾ ਸ਼ਾਸਕ ਬਣਾ ਗਿਆ ਸੀ ਜਾਂਦਾ ਹੋਇਆ, ਉਹ ਤੈਮੂਰ ਜੰਗ ਦਾ ਸੈਨਾਪਤੀ ਹੀ ਸੀ। ਰਈਅਤ ਆਲਾ ਦੀ ਉਪਾਧੀ ਧਾਰਨ ਕੀਤੀ ਹੈ ਇਸਨੇ। ਜਿਹੜਾ ਖਿਜਰ ਖਾਨ ਹੈ ਇਹ ਸੁਲਤਾਨ ਨਹੀਂ ਅਖਵਾਇਆ, ਇਸ ਨੂੰ ਕਿਹਾ ਜਾਂਦਾ ਰਈਅਤ ਆਲਾ। ਸਿੱਕੇ ਨਹੀਂ ਚਲਾਏ ਇਸਨੇ, ਜਿਹੜਾ ਤੁਗਲਕ ਵੰਸ਼ ਵਾਲੇ ਸਿੱਕੇ ਆ ਉਹੀ ਇਸ ਦੇ ਰਾਜ ਸਮੇਂ ਚੱਲਦੇ ਰਹੇ ਆ। ਨੋਟ ਧਿਆਨ ਵਿੱਚ ਰੱਖਣਾ, ਪਹਿਲਾ ਸ਼ੀਆ ਮੁਸਲਮਾਨ ਸੀ ਇਹ ਦਿੱਲੀ ਸਲਤਨਤ ਦਾ। ਇਸ ਤੋਂ ਜਿਹੜੇ ਪਹਿਲਾਂ ਹੋਇਆ ਜਾਂ ਬਾਅਦ ਵਾਲੇ ਆਪਾਂ ਕਰਦੇ ਹਾਂ ਉਹ ਸੁੰਨੀ ਮੁਸਲਮਾਨ ਆ। ਸ਼ੀਆ ਮੁਸਲਮਾਨ ਸੀ ਇੱਕੋ ਇੱਕ ਦਿੱਲੀ ਸਲਤਨਤ ਦਾ ਖਿਜਰ ਖਾਨ। ਪੰਜਾਬ ਨੂੰ ਦਿੱਲੀ ਸਲਤਨਤ ਦੇ ਵਿੱਚ ਇਸਨੇ ਹੀ ਮਿਲਾਇਆ ਸੀ ਖਿਜਰ ਖਾਨ ਹੀ। ਤੈਮੂਰ ਦਾ ਜਿਹੜਾ ਪੁੱਤਰ ਸੀ ਸ਼ਾਹ ਰੁਖ, ਉਸ ਦੇ ਨਾਮ ਦਾ ਇਸਨੇ ਖੁਤਬਾ ਪੜ੍ਹਾਇਆ ਸੀ ਤੇ ਉਸ ਨੂੰ ਇਹ ਘਰ ਵੀ ਭੇਜਦਾ ਸੀ। ਅੱਗੇ ਦੇਖੋ ਮੁਬਾਰਕ ਸ਼ਾਹ। ਮੁਬਾਰਕ ਸ਼ਾਹ ਜੋ ਇਸਨੇ ਸ਼ਾਹ ਦੀ ਉਪਾਧੀ ਧਾਰਨ ਕੀਤੀ। ਆਹ ਚੀਜ਼ਾਂ ਧਿਆਨ ਵਿੱਚ ਰੱਖਣਾ। ਅਹਿਮਦ ਸਰਹਿੰਦੀ ਆ ਜਿਹੜਾ ਇਸੇ ਦੇ ਹੀ ਦਰਬਾਰ ਵਿੱਚ ਸੀ, ਮੁਬਾਰਕ ਸ਼ਾਹ ਦੇ ਦਰਬਾਰ ਵਿੱਚ ਸੀ ਅਹਿਮਦ ਸਰਹਿੰਦੀ। ਜੋ ਅਹਿਮਦ ਸਰਹਿੰਦੀ ਆ ਇਸਨੇ ਤਰੀਖ ਇਹ ਮੁਬਾਰਕ ਸ਼ਾਹੀ ਦੀ ਰਚਨਾ ਕੀਤੀ ਹੈ, ਕਿਉਂਕਿ ਮੁਬਾਰਕ ਸ਼ਾਹ ਦੇ ਹੀ ਦਰਬਾਰ ਵਿੱਚ ਸੀ। ਤੇ ਜਿਹੜਾ ਅਲਾਉਦੀਨ ਆਲਮ ਸ਼ਾਹ ਇਹ ਆਖਰੀ ਸੈਯਦ ਵੰਸ਼ ਦਾ ਸ਼ਾਸਕ ਹੈ, ਅਲਾਉਦੀਨ ਆਲਮ ਸ਼ਾਹ। ਅੱਗੇ ਦੇਖੋ ਵੀ ਬਹਿਲੋਲ ਲੋਧੀ ਨੇ ਸੈਯਦ ਵੰਸ਼ ਦੀ ਸਮਾਪਤੀ ਕਰ ਦਿੱਤੀ। ਬਹਿਲੋਲ ਲੋਧੀ ਨੇ, ਬਹਿਲੋਲ ਲੋਧੀ ਨੇ ਖਾਨ ਏ ਖਾਨਾ ਦੀ ਉਪਾਧੀ ਜਿਹੜੀ ਇਸ ਨੂੰ ਦਿੱਤੀ ਸੀ, ਮੁਹੰਮਦ ਸ਼ਾਹ ਨੇ ਦਿੱਤੀ ਸੀ ਬਹਿਲੋਲ ਲੋਧੀ ਨੂੰ। ਇੱਕ ਆਪਾਂ ਮੁਗਲ ਸਾਮਰਾਜ ਦੇ ਵਿੱਚ ਵੀ ਕਰਕੇ ਆਏ ਆ। ਮੁਗਲ ਸਾਮਰਾਜ ਦੇ ਵਿੱਚ ਅਕਬਰ ਦੇ ਸਮੇਂ ਖਾਨ ਏ ਖਾਨਾ ਦੀ ਉਪਾਧੀ ਜਿਹੜੀ ਆਪਾਂ ਕੀਤੀ ਆ ਅਬਦਰ ਰਹੀਮ ਖਾਨ ਏ ਖਾਨਾ ਆਪਾਂ ਕਰਦੇ ਆ, ਉਸ ਨੂੰ ਵੀ ਇਹ ਉਪਾਧੀ ਮਿਲੀ ਹੋਈ ਸੀ ਖਾਨ ਏ ਖਾਨਾ। ਤੇ ਹੁਣ ਆਪਾਂ ਕੀਤਾ ਬਹਿਲੋਲ ਲੋਧੀ ਨੂੰ ਮੁਹੰਮਦ ਸ਼ਾਹ ਨੇ ਖਾਨ ਏ ਖਾਨਾ ਦੀ ਉਪਾਧੀ ਦਿੱਤੀ ਸੀ। ਅੱਗੇ ਆ ਜਾਂਦਾ ਆਪਣਾ ਲੋਧੀ ਵੰਸ਼। ਲੋਧੀ ਵੰਸ਼ ਆ ਜਿਹੜਾ ਬਹਿਲੋਲ ਲੋਧੀ ਇਹ ਪਹਿਲਾ ਅਫਗਾਨੀ ਸ਼ਾਸਕ ਹੈ। ਇਹ ਵੈਰੀ IMP ਆ। ਪਹਿਲਾ ਅਫਗਾਨੀ ਸ਼ਾਸਕ ਕੌਣ ਹੈ? ਲੋਧੀ ਵੰਸ਼ ਦੇ ਨਾਲ ਸੰਬੰਧਿਤ ਹੈ ਬਹਿਲੋਲ ਲੋਧੀ। ਪਹਿਲਾਂ ਵਾਲੇ ਸਾਰੇ ਤੁਰਕ ਆਪਾਂ ਕਰਦੇ ਹਾਂ। ਗਾਜੀ ਦੀ ਉਪਾਧੀ ਧਾਰੀ ਇਸਨੇ ਬਹਿਲੋਲ ਲੋਧੀ ਨੇ। ਸਿੱਕੇ ਆ ਜਿਹੜੇ ਉਹ ਚਲਾਏ ਸੀ ਤੇ ਜਿਹੜੇ ਇਸ ਦੇ ਬਹਿਲੋਲ ਲੋਧੀ ਦੇ ਚਲਾਏ ਹੋਏ ਸਿੱਕੇ ਆ ਜਿਹੜੇ ਅੱਗੇ ਅਕਬਰ ਦੇ ਸਮੇਂ ਤੱਕ ਜਾਰੀ ਰਹੇ ਆ। ਜੌਨਪੁਰ ਆ ਜਿਹੜਾ, ਜੌਨਪੁਰ ਸਕਰੀ ਵੰਸ਼ ਆ ਜੋ ਸੁਤੰਤਰ ਸੀ, ਬਹਿਲੋਲ ਲੋਧੀ ਨੇ ਸ਼ਾਸਨ ਵਿੱਚ ਮਿਲਾਇਆ ਸੀ ਯੂਪੀ ਦੇ ਵਿੱਚ। ਜੌਨਪੁਰ ਹੁਣ ਤੱਕ ਆ ਜਿਹੜਾ ਸੁਤੰਤਰ ਸੀ, ਇਸ ਨੂੰ ਬਹਿਲੋਲ ਲੋਧੀ ਨੇ ਆਪਣੇ ਹੀ ਸ਼ਾਸਨ ਵਿੱਚ ਮਿਲਾ ਲਿਆ ਸੀ। ਇਹ ਜਿਹੜਾ ਜੌਨਪੁਰ ਆ ਨਾ ਇਹ ਆਪਣੇ ਆਪ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਪਿਆਰ, ਉਹਨਾਂ ਦੀ ਏਕਤਾ ਦੇ ਲਈ ਜਾਣਿਆ ਜਾਂਦਾ ਜੌਨਪੁਰ। ਹੁਣ ਤੱਕ ਵੀ ਇਹ ਏਕਤਾ ਬਰਕਰਾਰ ਹੀ ਸੀ। ਹੁਣ ਜੇ ਥੋੜ੍ਹਾ ਜਿਹਾ ਲੱਗ ਰਿਹਾ ਕਿ ਉਹਨਾਂ ਦੇ ਵਿੱਚ ਆਪਸੀ ਵਿੱਚ ਕੋਈ ਨਾ ਕੋਈ ਘਟਨਾਵਾਂ ਚੱਲ ਰਹੀਆਂ, ਠੀਕ ਹੈ ਵੀ। ਵੈਸੇ ਹੀ ਆ ਜਾਂਦੇ ਆ ਵੀ ਰਾਜਨੀਤਿਕ ਗੱਲਾਂ ਵਿੱਚ ਆ ਜਾਂਦੇ ਲੋਕ ਕਈ ਵਾਰੀ। ਸਿਕੰਦਰ ਲੋਧੀ ਅੱਗੇ ਆਪਣਾ ਆ ਗਿਆ ਵੀ ਸਿਕੰਦਰ ਲੋਧੀ। ਸਿਕੰਦਰ ਲੋਧੀ ਆ ਜੋ ਇਸ ਨੂੰ ਨਿਜ਼ਾਮ ਖਾਨ ਵੀ ਕਿਹਾ ਜਾਂਦਾ ਤੇ ਸੁਲਤਾਨ ਸਿਕੰਦਰ ਵੀ ਕਿਹਾ ਜਾਂਦਾ। ਜੋ ਜ਼ਰੂਰੀ ਪ੍ਰਸ਼ਨ ਯਾਦ ਰੱਖਣ ਵਾਲਾ, ਇਸ ਨੇ ਗਜ ਏ ਸਿਕੰਦਰੀ ਭੂਮੀ ਮਾਪ ਪ੍ਰਣਾਲੀ ਸ਼ੁਰੂ ਕੀਤੀ ਸੀ। 1504 ਦੇ ਵਿੱਚ ਇਸ ਨੇ ਆਗਰਾ ਸ਼ਹਿਰ ਵਸਾਇਆ ਸੀ। 1530 ਵੀ ਮਿਲਦਾ ਪਰ 1504 ਵਾਲਾ ਠੀਕ ਆ। ਸਿਕੰਦਰ ਲੋਧੀ ਨੇ ਬ੍ਰਾਹਮਣਾਂ ਤੇ ਜਜੀਆ ਸ਼ੁਰੂ ਕਰ ਦਿੱਤਾ ਸੀ। ਸਿਕੰਦਰ ਲੋਧੀ ਨੇ ਜਜੀਏ ਦੇ ਨਾਲ ਸੰਬੰਧਿਤ ਜਿਹੜੀ ਸਹੀ ਜਾਣਕਾਰੀ ਆ ਉਸ ਨੂੰ ਧਿਆਨ ਵਿੱਚ ਰੱਖਣਾ, ਕਿਤੇ
ਕੁਛ ਮਿਲਦਾ, ਕਿਤੇ ਕੁਛ ਮਿਲਦਾ। ਜਜ਼ੀਆ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਨੇ ਸ਼ੁਰੂ ਕੀਤਾ ਭਾਰਤ ਦੇ ਵਿੱਚ। ਇਸ ਤੋਂ ਬਾਅਦ ਬ੍ਰਾਹਮਣਾਂ ਉੱਪਰ ਵੀ ਸਭ ਤੋਂ ਪਹਿਲਾਂ ਜਜ਼ੀਆ ਲਗਾਇਆ ਫਿਰੋਜ਼ ਸ਼ਾਹ ਤੁਗਲਕ ਨੇ, ਤੇ ਸਿਕੰਦਰ ਲੋਧੀ ਨੇ ਵੀ ਬਾਅਦ ਦੇ ਵਿੱਚ ਬ੍ਰਾਹਮਣਾਂ ਉੱਪਰ, ਇਹ ਹਟ ਗਿਆ ਸੀ, ਠੀਕ ਹੈ, ਤੇ ਸਿਕੰਦਰ ਲੋਧੀ ਨੇ ਦੁਬਾਰਾ ਤੋਂ ਫਿਰ ਬ੍ਰਾਹਮਣਾਂ ਉੱਪਰ ਜਜ਼ੀਆ ਲਗਾ ਦਿੱਤਾ ਸੀ। ਸ਼ੇਰ ਸ਼ਾਹ ਸੂਰੀ ਦੇ ਸਮੇਂ ਵੀ ਜਿਹੜਾ ਜਜ਼ੀਆ ਲਗਾਇਆ ਜਾਂਦਾ ਸੀ, ਪਰ ਉਸ ਦਾ ਨਾਮ ਆ ਜਿਹੜਾ ਬਦਲ ਗਿਆ ਸੀ, ਉਸ ਨੂੰ ਕਰ ਦਿੱਤਾ ਗਿਆ ਸੀ ਨਗਰ ਕਰ। ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੋਇਆ, ਉਸਨੇ ਹਮੇਸ਼ਾ ਦੇ ਲਈ ਹੀ ਇਹ ਜਿਹੜਾ ਕਰ ਆ ਜਿਹੜਾ ਖਤਮ ਕਰ ਦਿੱਤਾ ਸੀ। ਜੈ ਸਿੰਘ ਦੀ ਬੇਨਤੀ ਦੇ ਉੱਪਰ ਜਜ਼ੀਆ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ ਸੀ। ਅੱਗੇ ਆਪਣਾ ਆ ਜਾਂਦਾ ਸਿਕੰਦਰ ਲੋਧੀ, ਜਿਹੜਾ ਜਵਾਲਾਮੁਖੀ ਮੰਦਿਰ ਹੈ, ਠੀਕ ਹੈ, ਉਸ ਮੂਰਤੀ ਦੇ ਟੁਕੜੇ ਕਰਕੇ ਜਿਹੜਾ ਮਾਸ ਹੈ, ਮਾਸ ਤੋਲਣ ਵਾਲੇ ਜਿਹੜੇ ਲੋਕ ਸੀ, ਕਸਾਈ ਸੀ, ਉਹਨਾਂ ਨੂੰ ਉਸਦੇ ਜਿਹੜੇ ਪੱਥਰ ਦੇ ਟੁਕੜੇ ਦੇ ਦਿੱਤੇ ਸੀ ਮਾਸ ਤੋਲਣ ਦੇ ਲਈ। ਜਵਾਲਾਮੁਖੀ ਮੰਦਿਰ ਆ, ਉਸ ਦੀਆਂ ਮੂਰਤੀਆਂ ਤੋੜ ਕੇ, ਠੀਕ ਹੈ। ਇੱਕ ਧਿਆਨ ਵਿੱਚ ਰੱਖ ਲੈਣਾ, ਜਿਹੜਾ ਆਪਣੇ ਹੁਣ ਇਤਿਹਾਸ ਪੜ੍ਹਾਇਆ ਜਾਂਦਾ ਹਿੰਦੂ ਮੁਸਲਮਾਨਾਂ ਦੇ ਪੱਖ ਤੋਂ ਰੱਖ ਕੇ, ਜੋ ਠੀਕ ਨਹੀਂ ਗਾ। ਦੇਖੋ ਵੀ ਇਤਿਹਾਸ ਦੇ ਵਿੱਚ ਕੋਈ ਵੀ ਰਾਜਾ ਨਰਮ ਨਹੀਂ ਹੋਇਆ। ਇਤਿਹਾਸ ਦੇ ਵਿੱਚ ਹਿੰਦੂ ਹੋਵੇ, ਮੁਸਲਮਾਨ ਹੋਵੇ, ਠੀਕ ਹੈ, ਕੋਈ ਵੀ ਰਾਜਾ ਸੀ, ਉਸ ਨੂੰ ਆਪਾਂ ਹਿੰਦੂ ਮੁਸਲਮਾਨ ਦੇ ਪੱਖ ਤੋਂ ਨਹੀਂ ਪੜ੍ਹ ਸਕਦੇ। ਤੇ ਜਿਹੜੇ ਇਤਿਹਾਸ ਪੜ੍ਹਾਉਣ ਵਾਲੇ ਇਹੀ ਜ਼ਹਿਰ ਆਪਣੇ ਦਿਮਾਗ ਦੇ ਵਿੱਚ ਭਰਦੇ ਆ, ਆਪਣਾ ਹੀ ਲਾਹਾ ਉਹਨਾਂ ਨੇ ਖੱਟਣਾ ਹੁੰਦਾ। ਕੋਈ ਵੀ ਰਾਜਾ ਦੇਖ ਲਵੋ ਤੁਸੀਂ, ਮਹਾਰਾਜਾ ਰਣਜੀਤ ਸਿੰਘ ਵੀ ਆਪਾਂ ਦੇਖਦੇ ਹਾਂ, ਉਸਨੇ ਆਪਣੀ ਸੱਸ ਨੂੰ ਹੀ ਸਦਾ ਕੌਰ ਨੂੰ ਕੈਦ ਕਰ ਲਿਆ ਸੀ। ਜਾਂ ਸਿੱਖ ਮਿਸਲਾਂ ਦੇ ਨਾਲ ਆਪਾਂ ਦੇਖਦੇ ਹਾਂ ਕਿ ਕਮਜ਼ੋਰ ਹੋ ਗਈਆਂ, ਉਹਨਾਂ 'ਤੇ ਹਮਲਾ ਕੀਤਾ, ਜਾਂ ਦੋਸਤੀ ਪਾਈ, ਦੋਸਤੀ ਪਾਉਣ ਤੋਂ ਬਾਅਦ ਹਮਲਾ ਵੀ ਕੀਤਾ। ਕੋਈ ਵੀ ਰਾਜਾ ਦੇਖ ਲੈਣਾ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਹੋਵੇ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਸ ਸਮੇਂ ਇਹ ਹੋਇਆ ਵਿਆਹ ਤੇ ਹੋਣ ਵਾਲੀਆਂ ਉਹਨਾਂ ਦੀਆਂ ਨਸਲਾਂ ਜਿਹੜੀਆਂ, ਜਾਂ ਕਿਸੇ ਨੇ ਹੁਣ ਕਤਲ ਕੀਤਾ ਹੋਵੇ ਤੇ ਆਉਣ ਵਾਲੇ ਉਸਦੇ ਪੋਤੇ ਪੋਤੀਆਂ ਤੋਂ ਤਾਂ ਦੀ ਕਤਲ ਕੀਤਾ ਜਾ ਸਕਦਾ, ਉਹਨਾਂ ਨੂੰ ਤਾਂ ਨਹੀਂ ਮਾਰਿਆ ਜਾ ਸਕਦਾ, ਠੀਕ ਹੈ ਵੀ। ਇਤਿਹਾਸ ਨੂੰ ਵੀ ਆਪਣੇ ਆਪਣੇ ਨਜ਼ਰੀਏ ਦੇ ਨਾਲ ਹੀ ਪੇਸ਼ ਕੀਤਾ ਜਾਂਦਾ। ਜੇਕਰ ਪਾਠ ਪੁਸਤਕਾਂ ਆਪਾਂ ਪੜ੍ਹਾਂਗੇ, ਪਾਠ ਪੁਸਤਕਾਂ ਤਾਂ ਪਹਿਲਾਂ ਵੀ ਅੰਗਰੇਜ਼ਾਂ ਸਮੇਂ ਆਪਾਂ ਨੂੰ ਮਾਨਸਿਕਤਾ ਨੂੰ ਗੁਲਾਮ ਕਰਨ ਦੇ ਲਈ ਪੜ੍ਹਾਈਆਂ ਜਾਂਦੀਆਂ ਸੀ। ਕੋਈ ਨੀਤੀ ਅੱਜ ਵੀ ਚਲਾ ਦਿੰਦਾ ਉਹ ਵਾਲੀ ਕਿ ਇਹਨਾਂ ਦਾ ਜਿਹੜਾ ਬੁੱਧੀ ਹੈ, ਇਹਨਾਂ ਦਾ ਮਨ ਆ, ਬਿਲਕੁਲ ਹੀ ਉਸ ਨੂੰ ਚੇਂਜ ਕਰ ਦਿੱਤਾ ਜਾਵੇ, ਠੀਕ ਹੈ। ਤੇ ਜਿਹੜੀ ਸਰਕਾਰ ਆ ਜਾਂਦੀ ਆ, ਉਹ ਆਪਣੇ ਹਿਸਾਬ ਦੇ ਨਾਲ ਸਿਲੇਬਸ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਇਹ ਲੋਕ ਆ, ਇਸ ਪਾਰਟੀ ਦੇ ਨਾਲ ਸੰਬੰਧਿਤ ਆਪਣਾ ਜਿਹੜਾ ਮਨਾਂ ਦੇ ਵਿੱਚ ਚੰਗੀ ਚੀਜ਼ ਇਹਨਾਂ ਦੇ ਮਨਾਂ ਵਿੱਚ ਭਰ ਦਿੱਤੀ ਜਾਵੇ, ਤੇ ਆਉਣ ਵਾਲੀਆਂ ਇਹਨਾਂ ਦੀਆਂ ਨਸਲਾਂ ਜਿਹੜੀਆਂ ਸਾਡੀਆਂ ਗੁਲਾਮ ਹੀ ਰਹਿਣ, ਚਾਹੇ ਕੋਈ ਵੀ ਪਾਰਟੀ ਹੈ, ਚਾਹੇ ਕੋਈ ਵੀ ਆ। ਵੈਰੀ IMP ਚੀਜ਼ਾਂ ਜਿਹੜੀਆਂ, ਕਬੀਰ, ਸੰਤ ਕਬੀਰ ਹੋਏ, ਠੀਕ ਹੈ, ਕਬੀਰ ਦਾਸ ਸੰਤ ਹੋਇਆ। ਇਸ ਤੋਂ ਬਿਨਾਂ ਇਹੀ ਦੇਖ ਲਵੋ ਵੀ ਕਬੀਰ ਜਿਹੜੇ ਸੰਤ ਕਬੀਰ ਹੋਇਆ, ਇਹ ਸਿਕੰਦਰ ਲੋਧੀ ਦੇ ਸਮਕਾਲੀ ਆ। ਸਿਕੰਦਰ ਲੋਧੀ ਕਵੀ ਸੀਗਾ, ਠੀਕ ਹੈ, ਉਹ ਆਪਣੀਆਂ ਜਿਹੜੀਆਂ ਕਵਿਤਾਵਾਂ ਲਿਖਦਾ ਸੀ, ਗੁਲਰੁਖੀ ਨਾਮ ਦੇ ਨਾਲ ਲਿਖਦਾ ਸੀ। ਸਿਕੰਦਰ ਲੋਧੀ ਆ ਜੋ ਗਲੇ ਦੀ ਬਿਮਾਰੀ ਦੇ ਕਾਰਨ ਸਿਕੰਦਰ ਲੋਧੀ ਦੀ ਮੌਤ ਹੋ ਗਈ। ਇਬਰਾਹਿਮ ਲੋਧੀ ਆਇਆ ਅੱਗੇ, ਦਿੱਲੀ ਸਲਤਨਤ ਦਾ ਆਖਰੀ ਸ਼ਾਸਕ, ਠੀਕ ਹੈ ਵੀ, ਸਮਾਪਤੀ ਵਾਲੀ ਆ ਹੁਣ। ਆਗਰਾ ਦੇ ਵਿੱਚ ਰਾਜ ਅਭਿਸ਼ੇਕ ਹੋਇਆ ਸੀ ਇਸਦਾ, ਕਿੱਥੇ? ਆਗਰਾ ਦੇ ਵਿੱਚ। ਇਬਰਾਹਿਮ ਸ਼ਾਹ ਦੀ ਉਪਾਧੀ ਇਸਨੇ ਧਾਰਨ ਕੀਤੀ। ਖਤੌਲੀ ਦਾ ਯੁੱਧ ਹੋਇਆ ਸੀ, ਰਾਣਾ ਸਾਂਗਾ ਨੇ ਹਰਾ ਦਿੱਤਾ ਸੀ ਇਸ ਨੂੰ, ਰਾਣਾ ਸਾਂਗਾ ਨੇ। 21 ਅਪ੍ਰੈਲ 1526 ਦੇ ਵਿੱਚ ਫਿਰ ਪਾਣੀਪਤ ਦੀ ਲੜਾਈ ਹੋਈ, ਤੇ ਜਿਹੜਾ ਬਾਬਰ ਹੈ ਉਹ ਫਿਰ ਇਹ ਸ਼ਾਸਨ ਦਾ ਜਿਹੜਾ ਅੰਤ ਕਰ ਦਿੰਦਾ, ਤੇ ਦਿੱਲੀ ਸਲਤਨਤ ਦਾ ਜਿਹੜਾ ਸਮਾਪਤ ਹੋ ਜਾਂਦਾ। ਤੇ ਇਸ ਨੂੰ ਸੱਦਣ ਵਾਲੇ ਕੌਣ ਸੀਗੇ? ਜਿਹੜਾ ਪੰਜਾਬ ਦਾ ਸ਼ਾਸਕ ਸੀ ਦੌਲਤ ਖਾਂ ਲੋਧੀ, ਠੀਕ ਹੈ, ਤੇ ਇਬਰਾਹਿਮ ਲੋਧੀ ਦਾ ਜਿਹੜਾ ਚਾਚਾ ਸੀ ਆਲਮ ਖਾਂ, ਉਹਨਾਂ ਨੇ ਇਸ ਨੂੰ ਸੱਦਾ ਦਿੱਤਾ ਸੀ ਕਿ ਆ ਜਾ, ਹਮਲਾ ਕਰ ਆਪਣੇ ਲਾਲਚ ਵਸ, ਠੀਕ ਹੈ। ਤੇ ਬਾਅਦ ਵਿੱਚ ਉਹਨਾਂ ਨੇ ਇਹਨਾਂ ਨੂੰ ਵੀ ਬਾਬਰ ਨੇ ਹਰਾ ਦਿੱਤਾ। ਤੇ ਇਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਮੁਗਲ ਸਾਮਰਾਜ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।